ਪਿਆਰੇ ਵਿਦਿਆਰਥੀਓ, YouTube ਚੈਨਲ ਪੰਜਾਬੀ ਟਿਊਟੋਰੀਅਲਸ 'ਤੇ ਤੁਹਾਡਾ ਸਵਾਗਤ ਹੈ। ਅੱਜ ਆਪਾਂ ਵਿਸ਼ਰਾਮ ਚਿੰਨ੍ਹਾਂ ਦੀ ਵਰਤੋਂ ਬਾਰੇ ਚਰਚਾ ਕਰਾਂਗੇ। ਪਿਆਰੇ ਵਿਦਿਆਰਥੀਓ, ਕੱਲ੍ਹ ਤੁਹਾਨੂੰ ਜਿਹੜਾ ਹੈ ਮੈਂ ਇੱਕ ਕੰਟੈਂਟ ਭੇਜਿਆ ਸੀ ਵਿਸ਼ਰਾਮ ਚਿੰਨ੍ਹਾਂ ਦੀ ਵਰਤੋਂ ਬਾਰੇ, ਪੰਕਚੁਏਸ਼ਨ ਦੀ, ਜਿਸ ਨੂੰ ਪੰਜਾਬੀ 'ਚ ਵਿਸ਼ਰਾਮ ਚਿੰਨ੍ਹ ਕਿਹਾ ਜਾਂਦਾ ਹੈ ਕਿ ਪੰਕਚੁਏਸ਼ਨ ਜਿਹੜੇ ਚਿੰਨ੍ਹ ਹੁੰਦੇ ਨੇ, ਸਾਈਨ ਹੁੰਦੇ ਨੇ, ਉਹ ਕਿਹੜੇ ਹੁੰਦੇ ਨੇ ਅਤੇ ਉਹਨਾਂ ਦੀ ਵਰਤੋਂ ਅਸੀਂ ਕਿਸ ਤਰ੍ਹਾਂ ਕਰਨੀ ਆ, ਇਹਦੇ ਬਾਰੇ ਅੱਜ ਆਪਾਂ ਡਿਟੇਲ 'ਚ ਗੱਲ ਕਰਾਂਗੇ। ਸਭ ਤੋਂ ਪਹਿਲਾਂ ਤਾਂ ਸਾਨੂੰ ਪਤਾ ਹੋਵੇ ਕਿ ਵਿਸ਼ਰਾਮ ਚਿੰਨ੍ਹ ਹੁੰਦੇ ਕੀ ਆ। ਵੈਸੇ ਤੁਸੀਂ ਛੋਟੀਆਂ ਕਲਾਸਾਂ ਤੋਂ ਹੀ ਪੰਕਚੁਏਸ਼ਨ ਬਾਰੇ ਕਰਦੇ ਆ ਰਹੇ ਹੋ, ਇਸ ਕਰਕੇ ਤੁਹਾਨੂੰ ਈਜ਼ੀਲੀ ਪਤਾ ਵੀ ਹੈ, ਪਰ ਫਿਰ ਵੀ ਵਿਸ਼ਰਾਮ ਦਾ ਭਾਵ ਹੁੰਦਾ ਠਹਿਰਨਾ, ਠਹਿਰਾਓ, ਵਿਸ਼ਰਾਮ, ਆਰਾਮ। ਅਸੀਂ ਬੋਲਦੇ ਹੋਏ ਥੋੜ੍ਹੀ ਦੇਰ ਬਾਅਦ ਕਿਤੇ ਨਾ ਕਿਤੇ ਪੌਜ਼ ਦਿੰਦੇ ਹਾਂ, ਠੀਕ ਹੈ, ਅਤੇ ਕਿਤੇ ਪੂਰਨ ਤਰ੍ਹਾਂ ਪੌਜ਼ ਦਿੰਦੇ ਹਾਂ ਅਤੇ ਕਿਤੇ ਅਸੀਂ ਜਿਹੜਾ ਹੈਗਾ ਥੋੜ੍ਹਾ ਰੁਕਦੇ ਹਾਂ। ਸੋ ਉਹਦੇ ਲਈ ਜਿਹੜੇ ਅਲੱਗ-ਅਲੱਗ ਚਿੰਨ੍ਹ ਵਰਤੇ ਜਾਂਦੇ ਨੇ। ਬੋਲਣ ਵੇਲੇ ਤਾਂ ਉਹ ਸਹਿਜ ਸੁਭਾਅ ਹੀ ਅਸੀਂ ਉੱਥੇ ਜਿੱਥੇ ਰੁਕਣਾ ਹੁੰਦਾ ਰੁਕ ਜਾਂਦੇ ਹਾਂ, ਲੇਕਿਨ ਲਿਖਤ ਦੇ ਵਿੱਚ ਜੇ ਲਿਖਿਆ ਹੋਇਆ ਕੋਈ ਸੈਂਟੈਂਸ ਹੈ, ਅਗਰ ਅਸੀਂ ਵਿਸ਼ਰਾਮ ਚਿੰਨ੍ਹ ਨਹੀਂ ਲਗਾਵਾਂਗੇ ਤਾਂ ਉਸ ਨੂੰ ਪੜ੍ਹਨ ਵੇਲੇ ਸਾਨੂੰ ਪਤਾ ਨਹੀਂ ਲੱਗੇਗਾ ਕਿ ਇਹਦੇ ਕਿੱਥੇ ਅਸੀਂ ਠਹਿਰਾਵ ਦੇਣਾ ਹੈ, ਕਿੱਥੇ ਰੁਕਣਾ ਹੈ। ਇਸ ਕਰਕੇ ਇਹਨਾਂ ਚਿੰਨ੍ਹਾਂ ਦੀ ਜਿਹੜੀ ਵਰਤੋਂ ਹੈਗੀ ਬਹੁਤ ਮਹੱਤਵਪੂਰਨ ਹੈ। ਹੁਣ ਅਸੀਂ ਦੇਖਦੇ ਹਾਂ ਕਿ ਪੰਜਾਬੀ ਦੇ ਵਿੱਚ ਜਿਹੜੇ ਅੱਗੇ ਚਿੰਨ੍ਹ ਹੈਗੇ ਉਹ ਕਿਹੜੇ ਨੇ। ਉਹਨਾਂ ਤੋਂ ਪਹਿਲਾਂ ਦੱਸ ਦੇਵਾਂ ਕਿ ਇਹਨਾਂ ਦੀ ਮਹੱਤਤਾ ਕਿਉਂ ਜ਼ਰੂਰੀ ਆ। ਆਹ ਜਿਹੜੀ ਐਗਜ਼ਾਮਪਲ ਤੁਹਾਨੂੰ ਮੈਂ ਦੱਸਣ ਲੱਗੀ ਹਾਂ, ਇਹ ਤੋਂ ਪਤਾ ਲੱਗੇਗਾ। ਅਗਰ ਅਸੀਂ ਇਹ ਨਹੀਂ ਦੇਖਦੇ ਕਿ ਕਿੱਥੇ ਕਿਹੜਾ ਚਿੰਨ੍ਹ ਲਾਉਣਾ, ਜਾਂ ਗਲਤ ਲਾ ਦਿੰਦੇ ਹਾਂ, ਜਿੱਥੇ ਲੱਗਣਾ ਚਾਹੀਦਾ ਉਹਦੀ ਬਜਾਏ ਕਿਤੇ ਹੋਰ ਲਾ ਦਿੰਦੇ ਹਾਂ, ਤਾਂ ਜਿਹੜੇ ਅਰਥ ਆ ਉਹ ਪੂਰੀ ਤਰ੍ਹਾਂ ਬਦਲ ਜਾਂਦੇ ਨੇ। ਅਰਥਾਂ ਦੇ ਕਈ ਵਾਰ ਅਨਰਥ ਹੋ ਜਾਂਦੇ ਨੇ। ਫੋਰ ਐਗਜ਼ਾਮਪਲ, ਹੁਣ ਇੱਕ ਸੈਂਟੈਂਸ ਦੇਖੋ, ਰੋਕੋ ਨਾ ਜਾਣ ਦਿਓ। ਰੋਕੋ ਨਾ ਤੋਂ ਬਾਅਦ ਵਿਸ਼ਰਾਮ ਲੱਗਿਆ, ਕੌਮਾ ਲੱਗਿਆ। ਵਿਸ਼ਰਾਮ ਚਿੰਨ੍ਹ ਭਾਵ ਕੋਈ ਵੀ ਚਿੰਨ੍ਹ, ਇੱਥੇ ਕੌਮਾ ਲੱਗਿਆ, ਇਹਦਾ ਭਾਵ ਹੋ ਗਿਆ ਕਿ ਉਹਨੂੰ ਰੋਕੋ ਨਾ, ਚਲੇ ਜਾਣ ਦਿਓ। ਇਸੇ ਤਰ੍ਹਾਂ ਜੇ ਅਸੀਂ ਜਿਹੜਾ ਇਹ ਵਿਸ਼ਰਾਮ ਆ, ਕੌਮਾ ਵਾਲਾ ਵਿਸ਼ਰਾਮ, ਉਹਨੂੰ ਅਸੀਂ ਰੋਕੋ ਤੋਂ ਬਾਅਦ ਲਾ ਦਿੰਦੇ ਹਾਂ, ਤਾਂ ਇਹਦਾ ਭਾਵ ਬਿਲਕੁਲ ਪਹਿਲੇ ਦੇ ਉਲਟ ਬਣ ਜਾਂਦਾ। ਭਾਵ ਕੀ ਬਣ ਜਾਂਦਾ? ਨਾ ਜਾਣ ਦਿਓ। ਰੋਕੋ ਨਾ ਜਾਣ ਦਿਓ, ਵੀ ਉਹਨੂੰ ਰੋਕ ਲਵੋ, ਜਾਣ ਨਾ ਦਿਓ, ਠੀਕ ਹੈ। ਅਤੇ ਪਹਿਲੇ 'ਚ ਨਿਕਲਿਆ ਸੀ ਵੀ ਰੋਕੋ ਨਾ ਜਾਣ ਦਿਓ। ਸੋ ਇੱਥੋਂ ਸਾਨੂੰ ਇਹਦੀ ਮਹੱਤਤਾ ਪਤਾ ਲੱਗਦੀ ਆ ਕਿ ਜਿਹੜੇ ਵਿਸ਼ਰਾਮ ਚਿੰਨ੍ਹ ਆ ਉਹਨਾਂ ਦੀ ਵਰਤੋਂ ਦੀ ਕੀ ਮਹੱਤਤਾ। ਅੱਗੇ ਜਾ ਕੇ ਅਸੀਂ ਦੇਖਦੇ ਹਾਂ ਪੰਜਾਬੀ 'ਚ ਵਰਤੇ ਜਾਣ ਵਾਲੇ ਵਿਸ਼ਰਾਮ ਚਿੰਨ੍ਹ ਕਿਹੜੇ ਨੇ। ਪਹਿਲਾਂ ਤਾਂ ਉਹਨਾਂ ਬਾਰੇ ਜਸਟ ਚਿੰਨ੍ਹਾਂ ਦਾ ਨਾਮ ਆ, ਅਤੇ ਫਿਰ ਬਾਅਦ ਵਿੱਚ ਆਪਾਂ ਇਕੱਲੇ ਚਿੰਨ੍ਹ ਦੀ ਵਰਤੋਂ ਦੇਖਾਂਗੇ। ਡੰਡੀ ਜਾਂ ਪੂਰਨ ਵਿਸ਼ਰਾਮ, ਜਿਹਨੂੰ ਅਸੀਂ ਫੁੱਲ ਸਟਾਪ ਕਹਿੰਦੇ ਹਾਂ, ਤੁਸੀਂ ਇੱਥੇ ਦੇਖ ਹੀ ਰਹੋਗੇ। ਅੱਗੇ ਹੈਗਾ ਪ੍ਰਸ਼ਨ ਚਿੰਨ੍ਹ, ਸਾਈਨ ਆਫ ਇੰਟਰੋਗੇਸ਼ਨ, ਜਿਹੜਾ ਕਿ ਇਸ ਤਰ੍ਹਾਂ ਦਾ ਹੁੰਦਾ, ਠੀਕ ਹੈ। ਕਿੱਥੇ ਕਿਵੇਂ ਵਰਤਣਾ, ਮੈਂ ਅੱਗੇ ਜਾ ਕੇ ਗੱਲ ਕਰਦੀ ਹਾਂ। ਨੈਕਸਟ ਹੈਗਾ ਸਾਈਨ ਆਫ ਐਕਸਕਲੇਮੇਸ਼ਨ, ਜਿਹਨੂੰ ਪੰਜਾਬੀ 'ਚ ਕਿਹਾ ਜਾਂਦਾ ਵਿਸ਼ਰਾਮ ਚਿੰਨ੍ਹ। ਨੈਕਸਟ ਹੈ ਕੌਮਾ। ਕੌਮੇ ਦੀ ਵਰਤੋਂ ਵੀ ਕਈ ਤਰੀਕਿਆਂ ਨਾਲ ਹੁੰਦੀ ਆ, ਅੱਗੇ ਜਾ ਕੇ ਆਪਾਂ ਇਹਦੀ ਗੱਲ ਕਰਦੇ ਹਾਂ। ਅੱਗੇ ਹੈ ਅਰਧ ਵਿਸ਼ਰਾਮ, ਸੈਮੀ ਕੋਲਨ, ਠੀਕ ਹੈ। ਉਹ ਕੀ ਹੁੰਦਾ? ਇੱਕ ਬਿੰਦੀ ਲੱਗ ਕੇ ਨੀਚੇ ਕੌਮਾ ਹੁੰਦਾ। ਸੋ ਅੱਗੇ ਹੈਗਾ ਦੁਬਿੰਦੀ ਜਾਂ ਕੋਲਨ, ਜਿਹਨੂੰ ਅਸੀਂ ਇਸ ਤਰ੍ਹਾਂ ਦੋ ਬਿੰਦੀਆਂ ਨਾਲ ਦਿਖਾਉਣੇ ਆ। ਅੱਗੇ ਜਾ ਕੇ ਅਸੀਂ ਦੇਖਦੇ ਹਾਂ ਇੱਕ ਸਿੰਪਲ ਡੈਸ਼ ਹੁੰਦੀ ਆ। ਕਈ ਵਾਰੀ ਅਸੀਂ ਸੈਂਟੈਂਸ ਲਿਖਦੇ ਹੋਏ ਵਿੱਚ ਡੈਸ਼ ਪਾ ਕੇ ਅਗਲੀ ਗੱਲ ਕਰਦੇ ਹਾਂ, ਤਾਂ ਉਹ ਸਿੰਪਲੀ ਇਸ ਤਰ੍ਹਾਂ ਦੀ ਜਿਹੜੀ ਹੈਗੀ ਆ ਤੁਹਾਨੂੰ ਦੇਖਣ ਨੂੰ ਮਿਲੇਗੀ। ਦੁਬਿੰਦੀ ਡੈਸ਼, ਉਹਦੇ 'ਚ ਕੀ ਹੁੰਦਾ? ਦੋ ਬਿੰਦੀਆਂ ਲਾ ਕੇ ਫਿਰ ਡੈਸ਼ ਹੁੰਦੀ ਆ, ਜਿਹਨੂੰ ਅਸੀਂ ਕੋਲਨ ਐਂਡ ਡੈਸ਼ ਕਹਿੰਦੇ ਹਾਂ। ਅੱਗੇ ਹੈ ਪੁੱਠੇ ਕੌਮੇ। ਪੁੱਠੇ ਕੌਮੇ ਜਦੋਂ ਤੁਸੀਂ ਨਰੇਸ਼ਨ ਕਰਦੇ ਹੋਏ ਵੀ ਦੇਖਿਆ ਹੋਣਾ ਕਿ ਕਿਸੇ ਵਕਤਾ ਦੀ ਜਿਹੜੀ ਕਹੀ ਹੋਈ ਗੱਲ ਨੂੰ ਐਜ਼ ਇਟ ਇਜ਼ ਅਗਰ ਲਿਖਣਾ ਹੋਵੇ, ਕਿ ਕਿਸੇ ਨੇ ਕੋਈ ਗੱਲ ਕਹੀ, ਸਪੋਜ਼ ਰਾਮ ਨੇ ਕਿਹਾ ਮੈਂ ਸਕੂਲ ਜਾਵਾਂਗਾ। ਰਾਮ ਨੇ ਕਿਹਾ, ਉਸ ਤੋਂ ਬਾਅਦ ਆਪਾਂ ਥੋੜ੍ਹਾ ਰੁਕੇ ਹਾਂ, ਆਪਾਂ ਕੌਮਾ ਲਾਤਾ। ਜਿਹੜੀ ਗੱਲ ਉਹਨੇ ਜਿਵੇਂ ਕਹੀ, ਅਗਰ ਆਪਾਂ ਸੇਮ ਦੀ ਸੇਮ ਉਹਦੀ ਵਰਡਿੰਗ 'ਚ ਦੱਸਣੀ ਹੋਵੇ ਤਾਂ ਆਪਾਂ ਉਹਨੂੰ ਕੌਮਿਆਂ ਦੇ ਵਿੱਚ ਲਿਖਾਂਗੇ। ਅਤੇ ਉਹ ਕੌਮੇ ਕਿਹੜੇ ਹੋਣਗੇ? ਜਿਹਨੂੰ ਇਹਨੇ ਪੰਜਾਬੀ ਵਿੱਚ ਪੁੱਠਾ ਕੌਮਾ ਕਿਹਾ ਜਾਂਦਾ, ਅਤੇ ਜਿਹੜਾ ਇੰਗਲਿਸ਼ ਦੇ ਵਿੱਚ ਅਸੀਂ ਉਹਨੂੰ ਇਨਵਰਟਡ ਕੌਮਾਸ ਕਹਿੰਦੇ ਹਾਂ। ਅੱਗੇ ਹੈ ਹਾਈਫਨ। ਹਾਈਫਨ ਕੀ ਹੁੰਦਾ? ਜੋੜਨੀ। ਮਤਲਬ ਅਸੀਂ ਦੋ ਵਰਡਸ ਨੂੰ ਜਿਹੜਾ ਆਪਸ ਵਿੱਚ ਜੋੜ ਰਹੇ ਹਾਂ, ਉਹਦੇ ਗੱਬੇ ਅਸੀਂ ਹਾਈਫਨ ਪਾ ਦਿੰਦੇ ਹਾਂ। ਕਈ ਵਾਰੀ ਸੈਂਟੈਂਸ ਲਿਖਦੇ ਸਾਡਾ ਅਖੀਰ ਦੇ ਉੱਤੇ ਹੈ ਜੋ ਸਪੇਸ ਜਿਹੜੀ ਘੱਟ ਜਾਂਦੀ ਆ, ਜਿਹੜਾ ਤੁਹਾਡਾ ਸ਼ਬਦ ਹੈ ਉਹ ਅੱਧਾ ਲਿਖਿਆ ਗਿਆ, ਤਾਂ ਅਸੀਂ ਉਹਨੂੰ ਬਾਕੀ ਨੂੰ ਨੈਕਸਟ ਲਾਈਨ ਵਿੱਚ ਲਿਖਣਾ, ਤਾਂ ਉਦੋਂ ਵੀ ਅਸੀਂ ਇਹਦੀ ਵਰਤੋਂ ਕਰਦੇ ਹਾਂ। ਦੋ ਸ਼ਬਦਾਂ ਨੂੰ ਆਪਸ ਵਿੱਚ ਜੋੜਨਾ, ਜਿਵੇਂ ਸਮਝ ਲਓ ਸੱਚ ਝੂਠ, ਉਦੋਂ ਵੀ ਇਹਦੇ ਸੈਂਟਰ 'ਚ ਅਸੀਂ ਇਹ ਪਾਉਣੇ ਆ। ਅਤੇ ਇਸੇ ਤਰ੍ਹਾਂ ਜਿਹੜਾ ਹੈਗਾ ਕਈ ਥਾਵਾਂ ਦੇ ਉੱਤੇ ਦੀ ਵਰਤੋਂ ਹੁੰਦੀ ਆ ਸ਼ਬਦ ਜੋੜਨ ਦੇ ਵਿੱਚ, ਉਹ ਮੈਂ ਤੁਹਾਨੂੰ ਅਲੱਗ-ਅਲੱਗ ਤਰੀਕਿਆਂ ਨਾਲ ਦਿਖਾਵਾਂਗੀ।
ਅੱਗੇ ਹੈ ਬ੍ਰੈਕਟ। ਬ੍ਰੈਕਟਾਂ ਕਈ ਤਰ੍ਹਾਂ ਦੀਆਂ ਨੇ, ਉਹ ਤੁਸੀਂ ਦੇਖ ਸਕਦੇ ਹੋ ਕਿੱਥੇ ਕਿਹੜੀ ਬ੍ਰੈਕਟ ਦੀ ਕਦੋਂ ਵਰਤੋਂ ਹੋਣੀ ਹੈ, ਇਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ। ਛੁੱਟ ਮਰੋੜੀ, ਛੁੱਟ ਮਰੋੜੀ ਨੂੰ ਜਿਹੜਾ ਹੈਗਾ ਕਹਿ ਸਕਦੇ ਹਾਂ ਆਪਾਂ ਕਿ ਸਿੰਪਲ ਇੱਦਾਂ ਕੋਮਾ ਹੁੰਦਾ, ਇੱਦਾਂ ਜਿਵੇਂ ਆਪਾਂ ਉੱਤੇ ਨੂੰ ਸ਼ਾਰਟ ਵਿੱਚ ਲਿਖਣਾ ਤੇ ਆਪਾਂ ਲਿਖਾਂਗੇ ਇਕੱਲਾ ਤੱਤੇ ਲੰਮ ਤੇ, ਲੇਕਿਨ ਉਹਦੇ ਮੂਹਰੇ ਛੁੱਟ ਮਰੋੜੀ ਪਾ ਦੇਵਾਂਗੇ, ਠੀਕ ਹੈ। ਇਸੇ ਤਰ੍ਹਾਂ ਆਪਾਂ ਲਿਖਣਾ ਹਨ, ਸੌਰੀ ਜੇ ਆਪਾਂ ਇੱਦਾਂ ਲਿਖਣਾ ਵੀ ਲਾਈਕ ਕਿਸੇ ਵੀ ਸੈਂਟੈਂਸ ਨੂੰ ਵਰਡ ਨੂੰ ਪੂਰਾ ਲਿਖਣ ਦੀ ਬਜਾਏ ਉਹਨੂੰ ਅਸੀਂ ਸ਼ਾਰਟ ਫਾਰਮ 'ਚ ਲਿਖਣਾ, ਤਾਂ ਉਹਦੇ ਅੱਗੇ ਅਸੀਂ ਜਿਹੜਾ ਹੈਗਾ ਕੌਮਾ ਪਾ ਕੇ, ਜਿਹਨੂੰ ਅਸੀਂ ਛੁੱਟ ਮਰੋੜੀ ਵੀ ਕਹਿੰਦੇ ਹਾਂ, ਸਿੰਗਲ ਕੌਮਾ ਪਾ ਕੇ ਉਸ ਤੋਂ ਅੱਗੇ ਉਹ ਸੈਂਟੈਂਸ ਲਿਖਾਂਗੇ। ਹੋਰ ਡਿਟੇਲ ਵਿੱਚ ਇਹਦੇ ਬਾਰੇ ਅੱਗੇ ਗੱਲ ਕਰਦੀ ਹਾਂ। ਐਂਡ ਬਿੰਦੀ, ਜਿਹਨੂੰ ਇੰਗਲਿਸ਼ ਦੇ ਵਿੱਚ ਆਪਾਂ ਡਾਟ ਕਹਿੰਦੇ ਹਾਂ, ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਉਹਦਾ ਸਾਈਨ ਇਹ ਆ। ਸੋ ਅੱਗੇ ਹੈਗਾ ਹੁਣ ਇਕੱਲੇ ਇਕੱਲੇ ਚਿੰਨ੍ਹ ਬਾਰੇ ਕਿ ਜਿਹੜੀ ਡੰਡੀ ਆ ਉਹਨੂੰ ਪੂਰਨ ਵਿਸ਼ਰਾਮ ਕਿਹਾ ਜਾਂਦਾ। ਉਹ ਕਦੋਂ ਲਾਈ ਜਾਂਦੀ ਹੈ? ਜਦੋਂ ਸੈਂਟੈਂਸ ਪੂਰੀ ਤਰ੍ਹਾਂ ਨਾਲ ਸਾਡਾ ਕੰਪਲੀਟ ਹੋ ਜਾਂਦਾ। ਜਿਵੇਂ ਸੋਹਣ ਬਿਮਾਰ ਹੈ, ਸੋਹਣ ਬਿਮਾਰ ਹੈ, ਡੰਡੀ ਇਹ ਇੱਕ ਵਾਕ ਨੂੰ ਦੂਜੇ ਵਾਕ ਨਾਲੋਂ ਵੱਖ ਕਰਦੀ ਹੈ, ਯਾਨੀ ਕਿ ਇੱਕ ਵਾਕ ਪੂਰਾ ਹੋ ਗਿਆ, ਡੰਡੀ ਤੋਂ ਸਾਨੂੰ ਪਤਾ ਲੱਗਦਾ ਕਿ ਹੁਣ ਨਵਾਂ ਵਾਕ ਸ਼ੁਰੂ ਹੋ ਗਿਆ। ਸੋ ਲੇਕਿਨ ਗੁਰਬਾਣੀ ਦੇ ਵਿੱਚ ਤੁਸੀਂ ਦੇਖੋਗੇ ਕਿ ਜਿਹੜੀਆਂ ਦੋ ਡੰਡੀਆਂ ਲਗਾਈਆਂ ਜਾਂਦੀਆਂ ਇਹ ਸੇਮ ਗੱਲ ਵਾਸਤੇ, ਜਿਹੜਾ ਜਿੱਥੇ ਅੱਜ ਕੱਲ੍ਹ ਆਪਾਂ ਇੱਕ ਡੰਡੀ ਲਗਾਉਣੀ ਆ, ਤਾਂ ਗੁਰਬਾਣੀ ਵਾਸਤੇ ਉੱਥੇ ਦੋ ਡੰਡੀਆਂ ਲਗਾਈਆਂ ਜਾਂਦੀਆਂ। ਗੁਰਬਾਣੀ ਦਾ ਕੋਈ ਵਾਕ ਪੂਰਾ ਹੋ ਗਿਆ ਤਾਂ ਦੋ ਡੰਡੀਆਂ ਨਾਲ ਸ਼ੋਅ ਕੀਤਾ ਜਾਂਦਾ। ਅਤੇ ਸੇਮ ਗੱਲ ਹੀ ਮਤਲਬ ਜਿਹੜੀ ਹੈਗੀ ਨੋਰਮਲੀ ਅੱਜ ਕੱਲ੍ਹ ਅਸੀਂ ਇੱਕ ਡੰਡੀ ਲਗਾਉਂਦੇ ਹਾਂ, ਦੋਨਾਂ ਦਾ ਭਾਵ ਇੱਕੋ ਹੀ ਆ ਕਿ ਇੱਥੇ ਜਿਹੜਾ ਸੈਂਟੈਂਸ ਕੰਪਲੀਟ ਹੋ ਗਿਆ। ਅਤੇ ਅੰਗਰੇਜ਼ੀ ਵਿੱਚ ਅਸੀਂ ਕੀ ਕਰਦੇ ਹਾਂ? ਅੰਗਰੇਜ਼ੀ ਵਿੱਚ ਡੰਡੀ ਦੀ ਥਾਂ 'ਤੇ ਕੀ ਲਗਾਇਆ ਜਾਂਦਾ? ਫੁੱਲ ਸਟਾਪ, ਇੱਕ ਜਿਹਦੀ ਇੱਕ ਬਿੰਦੂ ਦੇ ਨਾਲ ਜਿਹਨੂੰ ਸ਼ੋਅ ਕੀਤਾ ਜਾਂਦਾ। ਅੱਗੇ ਹੈਗਾ ਨੈਕਸਟ ਹੈਗਾ ਚਿੰਨ੍ਹ ਪ੍ਰਸ਼ਨ ਚਿੰਨ੍ਹ। ਪ੍ਰਸ਼ਨ ਚਿੰਨ੍ਹ ਤੁਹਾਨੂੰ ਸਾਰਿਆਂ ਨੂੰ ਪਤਾ ਸਾਈਨ ਆਫ ਇੰਟਰੋਗੇਸ਼ਨ ਦੀ ਜਿਹੜੀ ਹੈਗੀ ਸਾਈਨ ਇਹ ਹੈਗੀ। ਪ੍ਰਸ਼ਨ ਚਿੰਨ੍ਹ ਵੀ ਪੂਰਨ ਵਿਸ਼ਰਾਮ ਦੀ ਤਰ੍ਹਾਂ ਹੀ ਵਰਤਿਆ ਜਾਂਦਾ, ਲੇਕਿਨ ਫਰਕ ਕੀ ਆ ਉੱਥੇ ਕਿ ਉੱਥੇ ਜਦੋਂ ਸੈਂਟੈਂਸ ਕੰਪਲੀਟ ਹੁੰਦਾ, ਲੇਕਿਨ ਹੁੰਦਾ ਸੈਂਟੈਂਸ ਕੀ ਹੈ? ਇੱਕ ਪ੍ਰਸ਼ਨ ਫਾਰਮ 'ਚ ਹੁੰਦਾ। ਲਾਈਕ ਜਿਹੜਾ ਹੈਗਾ ਜੇ ਆਪਾਂ ਕਹਿ ਸਕਦੇ ਹਾਂ ਕਿਸ ਨੇ ਇਨਾਮ ਜਿੱਤਿਆ, ਉਹ ਕੌਣ ਹੈ, ਇਹ ਕਿਤਾਬ ਕਿਸ ਦੀ ਹੈ, ਨਾਂ ਵਿੱਚ ਕੀ ਪਿਆ ਹੈ। ਇਹ ਸਾਰੀ ਜਿਹੜੀ ਆਪਾਂ ਵਾਕ ਬੋਲੇ ਆ ਇਹ ਪ੍ਰਸ਼ਨ ਫਾਰਮੈਟ ਦੇ ਵਿੱਚ ਨੇ, ਇਸ ਕਰਕੇ ਇੱਥੇ ਅਸੀਂ ਪ੍ਰਸ਼ਨ ਚਿੰਨ੍ਹ ਦੀ ਵਰਤੋਂ ਕਰਦੇ ਹਾਂ। ਜਦ ਮਿਸ਼ਰਤ ਵਾਕ ਵਿੱਚ ਪ੍ਰਸ਼ਨ ਵਾਕ ਕਿਸੇ ਹੋਰ ਦੇ ਅਧੀਨ ਹੋਵੇ ਤਾਂ ਅੰਤ ਉੱਤੇ ਪ੍ਰਸ਼ਨ ਚਿੰਨ੍ਹ ਦੀ ਥਾਂ ਡੰਡੀ ਲਗਾਈ ਜਾਂਦੀ ਹੈ। ਹੁਣ ਇਹ ਫੋਰ ਐਗਜ਼ਾਮਪਲ ਕਿ ਕਈ ਵਾਰੀ ਅਸੀਂ ਕੋਈ ਮਿਸ਼ਰਤ ਵਾਕ ਕੰਪਲੈਕਸ ਸੈਂਟੈਂਸ ਬੋਲਦੇ ਹਾਂ, ਉੱਥੇ ਸਾਨੂੰ ਪ੍ਰਸ਼ਨ ਚਿੰਨ੍ਹ ਨਹੀਂ ਲਾਉਣਾ ਹੁੰਦਾ। ਉਹ ਪ੍ਰਸ਼ਨ ਆ ਲੇਕਿਨ ਪ੍ਰਸ਼ਨ ਚਿੰਨ੍ਹ ਨਹੀਂ ਲੱਗਦਾ, ਕਿਉਂਕਿ ਉਹ ਕਿਸੇ ਹੋਰ ਸੈਂਟੈਂਸ ਦੇ ਅਧੀਨ ਹੋ ਕੇ ਆਉਂਦਾ। ਫੋਰ ਐਗਜ਼ਾਮਪਲ ਮੈਨੂੰ ਸਮਝ ਨਹੀਂ ਆਉਂਦੀ, ਉਹ ਕਿਉਂ ਨਹੀਂ ਮਿਹਨਤ ਕਰਦਾ। ਹੁਣ ਦੇਖੋ ਇੱਥੇ ਡੰਡੀ ਲੱਗੀ ਆ। ਜੇ ਤਾਂ ਉਹ ਸਿੱਧਾ ਕਹਿੰਦਾ ਕਿ ਉਹ ਕਿਉਂ ਨਹੀਂ ਮਿਹਨਤ ਕਰਦਾ, ਫਿਰ ਉਹ ਪ੍ਰਸ਼ਨ ਸੀਗਾ। ਜਦੋਂ ਕਹਿੰਦਾ ਮੈਨੂੰ ਸਮਝ ਨਹੀਂ ਆਉਂਦੀ ਕਿ ਉਹ ਕਿਉਂ ਨਹੀਂ ਮਿਹਨਤ ਕਰਦਾ, ਤਾਂ ਫਿਰ ਉੱਥੇ ਡੰਡੀ ਲੱਗੇਗੀ। ਇਸ ਗੱਲ ਦਾ ਖਾਸ ਧਿਆਨ ਰੱਖਿਓ, ਇਹ ਕਾਫੀ ਇੰਪੋਰਟੈਂਟ ਪੁਆਇੰਟ ਹੈ। ਪ੍ਰਸ਼ਨ ਚਿੰਨ੍ਹ ਦਾ ਅਸੀਂ ਇੱਥੇ ਭੁਲੇਖਾ ਕਰ ਸਕਦੇ ਹਾਂ ਕਿ ਇੱਕ ਪ੍ਰਸ਼ਨ ਪੁੱਛਿਆ ਗਿਆ, ਲੇਕਿਨ ਅਗਰ ਤਾਂ ਉਹ ਸਿੰਪਲ ਸੈਂਟੈਂਸ ਹੈ, ਇੱਕੋ ਸੈਂਟੈਂਸ ਹੈ, ਸਿੰਗਲ ਸੈਂਟੈਂਸ ਹੈ, ਤਾਂ ਉੱਥੇ ਹੈ ਵੀ ਪ੍ਰਸ਼ਨ, ਤਾਂ ਉੱਥੇ ਦਾ ਪ੍ਰਸ਼ਨ ਦਾ ਸਾਈਨ ਲੱਗੇਗਾ। ਜਿੱਥੇ ਉਹ ਜਿਹੜਾ ਕੰਪਲੈਕਸ ਸੈਂਟੈਂਸ ਦੀ ਫਾਰਮ 'ਚ ਆ, ਜਿਸ ਤਰ੍ਹਾਂ ਤੁਹਾਨੂੰ ਐਗਜ਼ਾਮਪਲ ਦਿੱਤੀ ਆ, ਮੈਂ ਜੀਵਨ ਵਿੱਚ ਸਫਲ ਹੋਵਾਂ ਜਾਂ ਨਾ ਹੋਵਾਂ, ਤੁਹਾਨੂੰ ਇਸ ਨਾਲ ਕੀ, ਠੀਕ ਹੈ ਤਾਂ ਆਪਾਂ ਕਹਿੰਦੇ ਤੁਹਾਨੂੰ ਇਸ ਨਾਲ ਕੀ। ਜੇ ਇਕੱਲੀ ਇੰਨੀ ਗੱਲ ਕਹਿੰਦੇ ਤਾਂ ਪ੍ਰਸ਼ਨ, ਅਤੇ ਜੇ ਉਹ ਇਸ ਫਾਰਮੈਟ 'ਚ ਕਹਿੰਦੇ ਆ ਕਿ ਮੈਂ ਜੀਵਨ 'ਚ ਸਫਲ ਹੋਵਾਂ ਜਾਂ ਨਾ ਹੋਵਾਂ, ਤੁਹਾਨੂੰ ਇਸ ਨਾਲ ਕੀ, ਤਾਂ ਇਟ ਮੀਨਸ ਉੱਥੇ ਉਹ ਪ੍ਰਸ਼ਨ ਚਿੰਨ੍ਹ ਦੀ ਥਾਂ 'ਤੇ ਡੰਡੀ ਲੱਗੇਗੀ, ਦੇਖਣ ਨੂੰ ਚਾਹੇ ਉਹ ਪ੍ਰਸ਼ਨ ਚਿੰਨ੍ਹ ਲੱਗਦਾ। ਅਗਲਾ ਹੈ ਵਿਸਮਿਕ ਚਿੰਨ੍ਹ, ਸਾਈਨ ਆਫ ਐਕਸਕਲੇਮੇਸ਼ਨ। ਇਹਦੇ 'ਚ ਕੀ ਹੁੰਦਾ ਕਿ ਜਦੋਂ ਅਸੀਂ ਕੋਈ ਕਿਸੇ ਨੂੰ ਬੋਲਦੇ ਹਾਂ, ਸੰਬੋਧਨ ਕਰਦੇ ਹਾਂ, ਹੈਰਾਨੀ ਭਰੇ ਤਰੀਕੇ ਨਾਲ ਕਿਸੇ ਦੀ ਪ੍ਰਸ਼ੰਸਾ ਕਰਦੇ ਹਾਂ, ਜਾਂ ਸਾਨੂੰ ਅਚਾਨਕ ਕੋਈ ਸ਼ੌਕ ਜਾਂ ਫਿਟਕਾਰ ਦੇਣੀ ਆ ਕਿਸੇ ਨੂੰ, ਜਾਂ ਸਤਿਕਾਰ ਵਾਲੇ ਸ਼ਬਦ ਵਰਤਣੇ ਆ, ਸੋ ਉਸ ਸਮੇਂ ਅਸੀਂ ਜਿਹੜਾ ਹੈਗਾ ਵਿਸਮਿਕ ਚਿੰਨ੍ਹ ਦੀ ਵਰਤੋਂ ਕਰਦੇ ਹਾਂ, ਜਿਹਨੂੰ ਸਾਈਨ ਆਫ ਐਕਸਕਲੇਮੇਸ਼ਨ ਵੀ ਕਿਹਾ ਜਾਂਦਾ। ਉਹ ਕਿਸ ਤਰ੍ਹਾਂ ਦਾ ਹੁੰਦਾ ਤੁਹਾਨੂੰ ਸਾਰਿਆਂ ਨੂੰ ਪਤਾ, ਇੱਕ ਡੰਡੀ ਲਗਾ ਕੇ ਉਹਦੇ ਨੀਚੇ ਇੱਕ ਬਿੰਦੂ ਲਗਾਇਆ ਜਾਂਦਾ। ਇਹਦੀਆਂ ਹੁਣ ਆਪਾਂ ਕੁਝ ਕੁ ਐਗਜ਼ਾਮਪਲ ਕਰਾਂਗੇ। ਜਦੋਂ ਅਸੀਂ ਕਿਸੇ ਨੂੰ ਇਹ ਕਹਿਣਾ ਹੋਵੇ ਓਏ ਬੰਤਿਆ ਬਹੁਤਾ ਮੂੰਹ ਨਾ ਖੋਲ, ਉਹ ਬੰਤਿਆ ਤੋਂ ਬਾਅਦ ਆਪਾਂ ਪੌਜ਼ ਦਿੱਤਾ, ਲੇਕਿਨ ਉਹ ਪੌਜ਼ ਦੇ ਉੱਤੇ ਕੌਮਾ ਨਹੀਂ ਲਾਉਣਾ, ਉੱਥੇ ਅਸੀਂ ਸਾਈਨ ਆਫ ਐਕਸਕਲੇਮੇਸ਼ਨ ਲਾਉਣਾ। ਇੱਦਾਂ ਹੀ ਆਪਾਂ ਕਹਿੰਦੇ ਹਾਂ ਨੀ ਝੱਲੀਏ ਸ਼ਰਮ ਨਾ ਕਰ, ਨੀ ਝੱਲੀਏ ਆਪਾਂ ਕਿਸੇ ਨੂੰ ਸੰਬੋਧਨ ਕਰ ਰਹੇ ਹਾਂ, ਤਾਂ ਉਸ ਤੋਂ ਬਾਅਦ ਅਸੀਂ ਐਕਸਕਲੇਮੇਸ਼ਨ ਦਾ ਸਾਈਨ ਲਾਉਣਾ। ਇੱਦਾਂ ਹੀ ਜਦੋਂ ਜਿਹੜਾ ਹੈਗਾ ਕਿਸੇ ਖੁਸ਼ੀ, ਗਮੀ ਜਾਂ ਹੈਰਾਨੀ ਕਰਨ ਵਾਲੇ ਸਮੇਂ ਵਰਤਿਆ ਜਾਂਦਾ, ਉੱਥੇ ਵੀ ਅਸੀਂ ਇੱਦਾਂ ਹੀ ਵਰਤਦੇ ਹਾਂ। ਖੁਸ਼ੀ ਵੇਲੇ ਅਸੀਂ ਕਹਿੰਦੇ ਹਾਂ ਆਹਾ,
ਅਸੀਂ ਮੈਚ ਜਿੱਤ ਗਏ। ਹੁਣ ਆਹ ਤੋਂ ਬਾਅਦ ਆਪਾਂ ਰੁਕੇ ਹਾਂ ਥੋੜ੍ਹਾ ਜਿਹਾ, ਤਾਂ ਰੁਕਣਾ, ਠਹਿਰਾਵ ਅਤੇ ਵਿਸ਼ਰਾਮ ਚਿੰਨ੍ਹ ਦਾ ਮਤਲਬ ਹੁੰਦਾ ਰੁਕਣਾ ਥੋੜ੍ਹਾ ਜਿਹਾ। ਲੇਕਿਨ ਚਿੰਨ੍ਹ ਕਿਹੜਾ ਲੱਗਣਾ, ਇਹ ਸੈਂਟੈਂਸ ਦੇ ਹਿਸਾਬ ਨਾਲ। ਹੁਣ ਇਹ ਸੈਂਟੈਂਸ ਕੀ ਆ ਕਿ ਅਸੀਂ ਖੁਸ਼ ਹੋਏ ਹਾਂ ਕਿਸੇ ਗੱਲ 'ਤੇ, ਤਾਂ ਉੱਥੇ ਅਸੀਂ ਲਾਤਾ ਆਹ ਤੋਂ ਬਾਅਦ ਸਾਈਨ ਆਫ ਐਕਸਕਲੇਮੇਸ਼ਨ। ਇਸੇ ਤਰ੍ਹਾਂ ਹਾਏ ਮੇਰਾ ਕੱਖ ਨਹੀਂ ਰਿਹਾ, ਹਾਏ, ਹਾਏ ਤੋਂ ਬਾਅਦ ਅਸੀਂ ਰੁਕੇ ਹਾਂ, ਅਤੇ ਇਹ ਗਮੀ ਦੀ ਜਿਹੜੀ ਹੈਗੀ ਆ ਭਾਵ ਪ੍ਰਗਟ ਕਰਦਾ, ਤਾਂ ਉੱਥੇ ਅਸੀਂ ਹਾਏ ਤੋਂ ਬਾਅਦ ਲਗਾਤਾ। ਹੈਰਾਨੀ ਹੁੰਦੀ ਹੈ ਕਿਸੇ ਗੱਲ 'ਤੇ, ਉਦੋਂ ਅਸੀਂ ਕਹਿੰਦੇ ਹਾਂ ਉਫ, ਤੂੰ ਵੀ ਇੱਥੇ ਆ, ਤਾਂ ਉਫ ਤੋਂ ਬਾਅਦ ਅਸੀਂ ਸਾਈਨ ਆਫ ਐਕਸਕਲੇਮੇਸ਼ਨ ਲਗਾ ਦਿੱਤਾ, ਜਿਹਨੂੰ ਅਸੀਂ ਕਹਿ ਦਿੰਦੇ ਹਾਂ ਲਾਈਕ ਪੰਜਾਬੀ ਦੇ ਵਿੱਚ ਜਿਹਨੂੰ ਅਸੀਂ ਕੀ ਕਹਿੰਦੇ ਹਾਂ, ਵਿਸਮਿਕ ਚਿੰਨ੍ਹ। ਠੀਕ ਹੈ। ਉਸ ਤੋਂ ਬਾਅਦ ਜਦ ਵਿਸਮਿਕ ਚਿੰਨ੍ਹ ਵਾਕ ਅੰਸ਼ਾਂ ਲਈ ਵਰਤਿਆ ਜਾਂਦਾ, ਜਿਵੇਂ ਆਪਾਂ ਕਈ ਵਾਰੀ ਕਈ ਸ਼ਬਦ ਇਕੱਠੇ ਵੀ ਵਰਤਦੇ ਹਾਂ, ਜਿਵੇਂ ਕਾਸ਼, ਸਾਬਾਸ਼, ਲੱਖ ਲਾਹਨਤ, ਧੰਨ ਭਾਗ, ਹਾਏ ਮਾਂ, ਉੱਥੇ ਵੀ ਜਿਹੜਾ ਇਹ ਵਿਸਮਿਕ ਚਿੰਨ੍ਹ ਦੀ ਵਰਤੋਂ ਕੀਤੀ ਜਾਂਦੀ ਆ। ਮੇਨ ਗੱਲ ਕੀ ਆ ਕਿ ਜਿੱਥੇ ਅਸੀਂ ਹੈਰਾਨੀ ਵਾਲੀ ਕੋਈ ਗੱਲ, ਖੁਸ਼ੀ ਵਾਲੀ, ਗਮੀ ਵਾਲੀ, ਜਿਹੜੇ ਸ਼ਬਦ ਵਾਕ ਦੇ ਵਿੱਚ ਇਹ ਭਾਵ ਪ੍ਰਗਟ ਕਰਨ, ਉਸ ਤੋਂ ਬਾਅਦ ਅਸੀਂ ਬੋਲਣ ਵੇਲੇ ਠਹਿਰਾਵ ਮਹਿਸੂਸ ਕਰੀਏ, ਤਾਂ ਉੱਥੇ ਜਿਹੜਾ ਹੈਗਾ ਵਿਸਮਿਕ ਚਿੰਨ੍ਹ ਦੀ ਵਰਤੋਂ ਕੀਤੀ ਜਾਂਦੀ ਹੈ। ਅਤੇ ਇਹਦੀਆਂ ਤੁਹਾਨੂੰ ਬਹੁਤ ਸਾਰੀਆਂ ਐਗਜ਼ਾਮਪਲ ਨੇ ਜਿਹੜੀਆਂ ਉਹ ਤੁਸੀਂ ਦੇਖ ਸਕਦੇ ਹੋ। ਅੱਗੇ ਹੈ ਕਾਮਾ, ਸਿੰਪਲ ਕਾਮਾ ਜਿਹੜਾ ਅਸੀਂ ਵਰਤਦੇ ਹਾਂ, ਇਹਦੇ ਵੀ ਕਈ ਤਰੀਕੇ ਨੇ ਵਰਤਣ ਦੇ। ਇਹ ਜਿਹੜਾ ਡੰਡੀ ਨਾਲ ਜਦੋਂ ਅਸੀਂ ਲਗਾਉਂਦੇ ਹਾਂ, ਜਿਵੇਂ ਉਦੋਂ ਪੂਰਾ ਵਿਸ਼ਰਾਮ ਹੁੰਦਾ, ਭਾਵ ਸਾਨੂੰ ਪਤਾ ਲੱਗ ਜਾਂਦਾ ਕਿ ਇੱਥੇ ਸੈਂਟੈਂਸ ਕੰਪਲੀਟ ਹੋ ਗਿਆ। ਲੇਕਿਨ ਕੌਮੇ ਵੇਲੇ ਹੁੰਦਾ ਕਿ ਅਜੇ ਗੱਲ ਹੋਰ ਵੀ ਰਹਿੰਦੀ ਆ, ਪੂਰੀ ਨਹੀਂ ਹੋਈ, ਲੇਕਿਨ ਇੱਥੋਂ ਤੱਕ ਅੱਧੇ ਕੁ ਭਾਵ ਪੂਰੇ ਹੋ ਗਏ। ਤਾਂ ਹੁਣ ਆਪਾਂ ਧਿਆਨ ਨਾਲ ਇਸ ਨੂੰ ਦੇਖਣਾ ਕਿ ਕੌਮੇ ਦੀ ਵਰਤੋਂ ਕਿਵੇਂ ਕੀਤੀ ਜਾਂਦੀ ਹੈ। ਜਦ ਕਿਸੇ ਵਾਕ ਵਿੱਚ ਇੱਕ ਵਿਸ਼ੇਸ਼ ਲਈ ਬਹੁਤੇ ਵਿਸ਼ੇਸ਼ਣ ਵਰਤੇ ਜਾਣ ਅਤੇ ਉਹਨਾਂ ਵਿਚਕਾਰ ਕੋਈ ਯੋਜਕ ਨਾ ਹੋਵੇ, ਤਾਂ ਉਸ ਨੂੰ ਉੱਥੇ ਅਸੀਂ ਕਾਮਾ ਲਾਉਣੇ ਆ। ਹੁਣ ਇਸ ਗੱਲ ਨੂੰ ਧਿਆਨ ਨਾਲ ਸਮਝੋ। ਉਹ ਕੀ ਕਹਿੰਦਾ ਕਿ ਜਦ ਕਿਸੇ ਵਾਕ ਵਿੱਚ ਕਿਸੇ ਵਿਸ਼ੇਸ਼ ਲਈ ਬਹੁਤੇ ਵਿਸ਼ੇਸ਼ਣ ਵਰਤੇ ਜਾਣ, ਜਿਵੇਂ ਆਪਾਂ ਇੱਕ ਮੁੰਡੇ ਨੂੰ ਕਹਿਣਾ ਵੀ ਉਹ ਲੰਬਾ ਵੀ ਆ, ਸੋਹਣਾ ਵੀ ਆ, ਹੁਸ਼ਿਆਰ ਵੀ ਆ, ਠੀਕ ਆ, ਤਾਂ ਅਸੀਂ ਕਿਵੇਂ ਵਰਤਾਂਗੇ, ਰਵੀ ਲੰਬਾ, ਸੋਹਣਾ, ਹੁਸ਼ਿਆਰ ਅਤੇ ਸਮਝਦਾਰ ਨੌਜਵਾਨ ਹੈ ਨਾ। ਦੇਖੋ ਉੱਥੇ ਇੱਕ ਬੰਦਾ ਸੀ ਰਵੀ, ਉਹਦੇ ਲਈ ਅਸੀਂ ਕਈ ਸਾਰੇ ਵਿਸ਼ੇਸ਼ਣ ਵਰਤਨੇ ਆ, ਤਾਂ ਉਹਨਾਂ ਦੇ ਵਿਚਕਾਰ ਅਤੇ ਵਗੈਰਾ ਨਹੀਂ ਹੈਗਾ ਲਗਾਇਆ ਹੋਇਆ ਯੋਜਕ, ਹੈ ਨਾ, ਤਾਂ ਇਸ ਕਰਕੇ ਅਸੀਂ ਉੱਥੇ ਕੌਮੇ ਦੀ ਵਰਤੋਂ ਕਰਾਂਗੇ। ਜਿਵੇਂ ਕਿਸੇ ਇੱਕ ਬਾਰੇ ਜਿਵੇਂ ਆਪਾਂ ਇੱਕ ਇਹਨਾਂ ਨੇ ਐਗਜ਼ਾਮਪਲ ਦਿੱਤੀ ਆ, ਠੱਗ, ਚੋਰ, ਕੌਮਾ ਲਾ ਲਾ ਕੇ ਠੱਗ। ਜੇ ਹੁਣ ਆਪਾਂ ਕਹਿੰਦੇ ਠੱਗ, ਚੋਰ, ਬਦਮਾਸ਼ ਇਕੱਠਾ ਲਿਖ ਦਿੰਦੇ ਤਾਂ ਸੈਂਸ ਨਹੀਂ ਬਣਦੀ। ਠੱਗ, ਕੌਮਾ, ਕਿਉਂਕਿ ਠੱਗ ਦਾ ਅਲੱਗ ਮਤਲਬ, ਚੋਰ, ਬਦਮਾਸ਼ ਅਤੇ ਸਮਗਲਰ ਪੁਲਿਸ ਦੀ ਕੁੱਟ ਖਾਂਦੇ ਹਨ। ਸੋ ਇੱਥੇ ਕੌਮਾ ਇਸ ਤਰ੍ਹਾਂ ਨਾਲ ਵਰਤਿਆ ਜਾਂਦਾ ਕਿ ਜਦੋਂ ਕਿਸੇ ਇੱਕ ਗੱਲ ਦੇ ਲਈ ਬਹੁਤ ਸਾਰੇ ਵਿਸ਼ੇਸ਼ਣ ਵਰਤਣੇ ਹੋਣ, ਤਾਂ ਉਹਨਾਂ ਨੂੰ ਇਕੱਲੇ ਇਕੱਲੇ ਦਿਖਾਉਣ ਦੇ ਲਈ ਅਸੀਂ ਉਹਨਾਂ ਦੇ ਸੈਂਟਰ ਦੇ ਵਿੱਚ ਕੌਮਾ ਲਗਾਉਣੇ ਆ। ਅੱਗੋਂ ਕਹਿੰਦਾ ਜਦ ਕਿਸੇ ਵਾਕ ਵਿੱਚ ਸ਼ਬਦਾਂ ਦੇ ਜੋੜੇ ਵਰਤੇ ਜਾਣ ਅਤੇ ਉਹਨਾਂ ਵਿਚਕਾਰ ਕੋਈ ਵੀ ਯੋਜਕ ਨਾ ਹੋਵੇ, ਤਾਂ ਹਰ ਜੋੜੇ ਤੋਂ ਬਾਅਦ ਕਾਮਾ ਲਗਾਇਆ ਜਾਂਦਾ ਹੈ। ਮਤਲਬ ਇਸ ਸੰਸਾਰ ਵਿੱਚ ਚੰਗੇ ਬੁਰੇ, ਅਮੀਰ ਗਰੀਬ, ਮੈਂ ਤੁਹਾਨੂੰ ਦਿਖਾ ਰਹੀ ਹਾਂ ਕਿ ਇਸ ਸੰਸਾਰ ਵਿੱਚ ਚੰਗੇ ਬੁਰੇ, ਕੌਮਾ, ਅਮੀਰ ਗਰੀਬ, ਆਸਤਕ ਨਾਸਤਕ, ਦੁਖੀ ਸੁਖੀ, ਨੇਕ ਬਦਨੀਤ ਤਰ੍ਹਾਂ ਦੇ ਲੋਕ ਰਹਿੰਦੇ ਹਨ। ਹੁਣ ਇੱਥੇ ਕੀ ਹੈ ਬੇਟੇ ਕਿ ਸ਼ਬਦਾਂ ਦੇ ਜੋੜੇ ਵਰਤੇ ਨੇ। ਅਮੀਰ ਗਰੀਬ ਇੱਕ ਜੋੜਾ, ਆਸਤਕ ਨਾਸਤਕ ਇੱਕ ਜੋੜਾ, ਦੁਖੀ ਸੁਖੀ ਇੱਕ ਜੋੜਾ, ਨੇਕ ਨੀਤ ਬਦਨੀਤ ਇੱਕ ਜੋੜਾ। ਸੋ ਇਹ ਸਾਰੇ ਆਪਦਾ ਭਾਵ ਰੱਖਦੇ ਆ, ਅਤੇ ਇਹਨਾਂ ਨੂੰ ਅਲੱਗ-ਅਲੱਗ ਸ਼ੋਅ ਕਰਨ ਦੇ ਲਈ ਇਹਨਾਂ ਦੇ ਸੈਂਟਰ ਵਿੱਚ ਕੌਮਾ ਲਗਾਇਆ ਜਾਂਦਾ। ਜਦ ਕਿਸੇ ਵਾਕ ਵਿੱਚ ਇੱਕੋ ਜਿਹੇ ਵਾਕਾਂਸ਼ ਜਾਂ ਉਪਵਾਕ ਵਰਤੇ ਜਾਣ ਅਤੇ ਉਹਨਾਂ ਵਿਚਕਾਰ ਕੋਈ ਯੋਜਕ ਨਾ ਹੋਵੇ, ਤਾਂ ਉੱਥੇ ਵੀ ਅਸੀਂ ਕੌਮੇ ਲਗਾਉਣੇ ਆ। ਜਿਵੇਂ ਇਹ ਟੋਆ 5 ਫੁੱਟ ਲੰਬਾ, ਇਹ ਟੋਆ 5 ਫੁੱਟ ਲੰਬਾ, ਕੌਮਾ 4 ਫੁੱਟ ਚੌੜਾ ਅਤੇ 2 ਫੁੱਟ ਡੂੰਘਾ ਹੈ। ਸੋ ਕਿਉਂਕਿ ਦੇਖੋ ਇਹ ਟੋਆ 5 ਫੁੱਟ ਲੰਬਾ, ਇੱਥੇ ਸਾਡੀ ਕੁਛ ਗੱਲ ਪੂਰੀ ਹੁੰਦੀ ਹੈ, ਲੇਕਿਨ ਸੈਂਟੈਂਸ ਪੂਰਾ ਨਹੀਂ ਹੁੰਦਾ, ਅਸੀਂ ਕੌਮਾ ਲਾਤਾ। ਫਿਰ ਉਸ ਟੋਏ ਬਾਰੇ ਨਵੀਂ ਗੱਲ ਆ, ਇਹ ਲੰਬਾਈ ਦੀ ਗੱਲ ਸੀ, ਅਗਲੀ ਗੱਲ ਚੌੜਾਈ ਦੀ ਹੈ, 4 ਫੁੱਟ ਚੌੜਾ। ਠੀਕ ਆ, ਜੇ ਅਜੇ ਹੋਰ ਵੀ ਗੱਲ ਕਹਿਣੀ ਹੁੰਦੀ ਤਾਂ ਕੌਮਾ ਲਾਣਾ ਸੀ, ਲੇਕਿਨ ਹੁਣ ਇੱਕੋ ਹੀ ਗੱਲ ਰਹਿ ਗਈ, ਇਸ ਕਰਕੇ ਤੇ 2 ਫੁੱਟ ਡੂੰਘਾ ਹੈ। ਸੋ ਅੱਗੇ ਹੈ ਪ੍ਰੋਫੈਸਰ ਪ੍ਰੀਤਮ ਸਿੰਘ ਕਲਾਸ ਵਿੱਚ ਆਏ, ਕੌਮਾ, ਭਾਸ਼ਣ ਦਿੱਤਾ ਅਤੇ ਇਨਾਮ ਵੰਡ ਕੇ ਚਲੇ ਗਏ। ਪਹਿਲਾਂ ਆਏ, ਅਜੇ ਗੱਲ ਪੂਰੀ ਨਹੀਂ ਹੋਈ, ਫਿਰ ਉਹਨਾਂ ਨੇ ਹੋਰ ਨੈਕਸਟ ਕੰਮ ਕੀ ਕੀਤਾ, ਭਾਸ਼ਣ ਦਿੱਤਾ ਅਤੇ ਇਨਾਮ ਵੰਡ ਕੇ ਚਲੇ ਗਏ। ਇਸੇ ਤਰ੍ਹਾਂ ਹੀ ਜਿਹੜਾ ਹੈਗਾ ਕੌਮੇ ਦੀ ਵਰਤੋਂ ਬਹੁਤ ਜ਼ਿਆਦਾ ਹੈ। ਜਦ ਕਿਸੇ ਵਾਕ 'ਚ ਅਨੁਕਰਮੀ ਸ਼ਬਦ ਵਰਤੇ ਜਾਣ ਤਾਂ ਉਹਨਾਂ ਦੇ ਦੋਨੋਂ ਪਾਸੇ ਕੌਮੇ ਲਗਾਏ ਜਾਂਦੇ ਹਨ। ਜਿਵੇਂ ਆਪਾਂ ਕਹਿੰਦੇ ਹਾਂ ਸਭ ਵਿਰੋਧੀ ਪਾਰਟੀਆਂ ਪੰਜਾਬ ਦੇ ਮੁੱਖ ਮੰਤਰੀ ਸਭ ਵਿਰੋਧੀ ਪਾਰਟੀਆਂ ਪੰਜਾਬ ਦੇ ਮੁੱਖ ਮੰਤਰੀ, ਕੌਮਾ, ਕੈਪਟਨ ਅਮਰਿੰਦਰ ਸਿੰਘ, ਕੌਮਾ,
ਦੇ ਮਗਰ ਹੱਥ ਧੋ ਕੇ ਪਈਆਂ ਹੋਈਆਂ ਹਨ। ਸੋ ਇਹਦੇ ਵਿੱਚ ਉਪਵਾਕ ਨੇ, ਸਾਨੂੰ ਇੱਕ ਥਾਂ ਦੇ ਉੱਤੇ ਲੱਗਦਾ ਕਿ ਇੱਥੇ ਠਹਿਰਨਾ ਬਣਦਾ, ਲੇਕਿਨ ਸੈਂਟੈਂਸ ਪੂਰਾ ਨਹੀਂ ਹੋਇਆ ਤਾਂ ਉੱਥੇ ਅਸੀਂ ਕੌਮਾ ਲਗਾਉਂਦੇ ਹਾਂ। ਅੱਗੋਂ ਕਹਿੰਦਾ ਜਦ ਕਿਸੇ ਵਾਕ ਦਾ ਕਰਤਾ ਲੰਬੇਰਾ ਹੋਵੇ ਜਾਂ ਨਿੱਕਾ ਜਿਹਾ ਵਾਕ ਬਣ ਜਾਵੇ ਤਾਂ ਉਸ ਦੇ ਅੰਤ 'ਚ ਕੌਮਾ ਲਗਾਇਆ ਜਾਂਦਾ। ਜਿਵੇਂ ਫੋਰ ਐਗਜ਼ਾਮਪਲ ਇੱਥੇ ਦੇਖ ਸਕਦੇ ਹਾਂ ਆਪਾਂ, ਲੀਡਰੀ ਦੇ ਭੁੱਖੇ ਨੇਤਾ ਪਹਿਲੇ ਦਰਜੇ ਦੇ ਲਾਲਚੀ ਹੁੰਦੇ ਹਨ। ਸੋ ਇੱਥੇ ਲੀਡਰੀ ਦੇ ਭੁੱਖੇ ਨੇਤਾ, ਗੱਲ ਹਜੇ ਪੂਰੀ ਨਹੀਂ ਹੋਈ ਤਾਂ ਇੱਥੇ ਕੌਮਾ ਲਗਾ ਕੇ ਪਹਿਲੇ ਦਰਜੇ ਦੇ ਲਾਲਚੀ ਹੁੰਦੇ ਹਨ। ਜਦ ਮਿਸ਼ਰਤ ਵਾਕ ਵਿੱਚ ਨਾਮ ਉਪਵਾਕ ਨਾਲ ਕੇ, ਪਈ ਜਾਂ ਜੂ ਆਦਿ ਯੋਜਕ ਨਾ ਹੋਣ ਤਾਂ ਯੋਜਕ ਦੀ ਥਾਂ 'ਤੇ ਕੌਮਾ ਲਗਾਇਆ ਜਾਂਦਾ। ਕਈ ਵਾਰੀ ਆਪਾਂ ਦੇਖਦੇ ਆਪਾਂ ਕਹਿੰਦੇ ਉਸਨੇ ਕਿਹਾ ਕਿ ਮੈਂ ਸਕੂਲ ਜਾ ਰਿਹਾ ਹਾਂ, ਫਿਰ ਉਸਨੇ ਕਿਹਾ ਤੋਂ ਬਾਅਦ ਕੌਮੇ ਦੀ ਲੋੜ ਨਹੀਂ, ਕਿਉਂਕਿ ਉਸਨੇ ਕਿਹਾ ਕਿ ਉਹਦੇ ਨਾਲ ਉਹ ਕੇ ਨਾਲ ਜੁੜ ਗਿਆ। ਲੇਕਿਨ ਜੇ ਅਸੀਂ ਕੇ ਦੀ ਵਰਤੋਂ ਨਹੀਂ ਕਰਦੇ ਫਿਰ ਅਸੀਂ ਕਹਾਂਗੇ ਉਸਨੇ ਕਿਹਾ ਕੌਮਾ ਉਹ ਸਕੂਲ ਨਹੀਂ ਜਾਏਗਾ, ਜਾਂ ਉਹ ਗਰੀਬ ਹੈ ਪਰ ਦਿਲ ਦਾ ਅਮੀਰ ਹੈ। ਜੇ ਆਪਾਂ ਪਰ ਨਾ ਵਰਤਣਾ ਹੋਵੇ ਫਿਰ ਅਸੀਂ ਕਹਾਂਗੇ ਉਹ ਗਰੀਬ ਹੈ ਕੌਮਾ ਪਰ ਦਿਲ ਦਾ ਅਮੀਰ ਹੈ। ਮਤਲਬ ਜਿੱਥੇ ਪਰ, ਕੇ, ਜੂ ਆਦਿ, ਕਿਉਂਕਿ ਆਦਿ ਯੋਜਕ ਨਾ ਵਰਤੇ ਗਏ ਹੋਣ ਲੇਕਿਨ ਸਪਸ਼ਟ ਹੋਵੇ ਕਿ ਇੱਥੇ ਵਰਤੇ ਜਾ ਸਕਦੇ ਆ ਲੇਕਿਨ ਵਰਤੇ ਨਹੀਂ ਗਏ ਤਾਂ ਉੱਥੇ ਅਸੀਂ ਕੌਮਾ ਲਗਾਵਾਂਗੇ। ਇਸੇ ਤਰ੍ਹਾਂ ਜਦ ਮਿਸ਼ਰਤ ਵਾਕ ਵਿੱਚ ਪ੍ਰਧਾਨ ਉਪਵਾਕ ਨੂੰ, ਮਿਸ਼ਰਤ ਵਾਕ ਤਾਂ ਸਮਝਦੇ ਹੋ ਨਾ ਕੀ ਹੁੰਦਾ, ਕਿ ਇੱਕ ਮਿਸ਼ਰਤ ਵਾਕ ਦੇ ਵਿੱਚ ਦੋ ਵਾਕਾਂ ਨੂੰ ਜਿਹੜਾ ਜੋੜਿਆ ਗਿਆ ਹੁੰਦਾ, ਉਹਨਾਂ 'ਚੋਂ ਜਿਹੜਾ ਇੱਕ ਪ੍ਰਧਾਨ ਉਪਵਾਕ ਹੁੰਦਾ, ਦੂਸਰੇ ਉਪਵਾਕ ਨਾਲੋਂ ਅਸੀਂ ਉਹਨੂੰ ਵੱਖਰਾ ਸ਼ੋਅ ਕਰਨਾ ਤਾਂ ਉੱਥੇ ਅਸੀਂ ਕੌਮਾ ਲਗਾਵਾਂਗੇ। ਜਿਵੇਂ ਉਹ ਲੜਕਾ ਜਿਸ ਨੇ ਮਿਹਨਤ ਨਹੀਂ ਕੀਤੀ ਫੇਲ ਹੋ ਗਿਆ। ਠੀਕ ਆ, ਜੇ ਤਾਂ ਆਪਾਂ ਸਿੱਧਾ ਕਹਿਣਾ ਹੁੰਦਾ ਉਹ ਲੜਕਾ ਫੇਲ ਹੋ ਗਿਆ ਫਿਰ ਇਹ ਸਿੰਪਲ ਸੈਂਟੈਂਸ ਸੀਗਾ। ਹੁਣ ਉਹ ਲੜਕਾ ਜਿਸ ਨੇ ਇਹ ਮਿਹਨਤ ਨਹੀਂ ਕੀਤੀ ਫੇਲ ਹੋ ਗਿਆ, ਇਹ ਕੀ ਆ, ਮਿਸ਼ਰਤ ਵਾਕ ਆ ਕਿ ਸਿੰਪਲ ਵਾਕ ਨੂੰ ਜਿਹੜਾ ਥੋੜ੍ਹਾ ਕੰਪਲੀਕੇਟ ਕਰਕੇ ਬਣਾਇਆ ਗਿਆ। ਉਹ ਲੜਕਾ ਥੋੜ੍ਹਾ ਆਪਾਂ ਪੌਜ਼ ਦਿੱਤਾ, ਕੌਮਾ ਲਾਤਾ, ਕਿਹੜਾ, ਜਿਸ ਨੇ ਮਿਹਨਤ ਨਹੀਂ ਕੀਤੀ, ਕੌਮਾ, ਫੇਲ ਹੋ ਗਿਆ। ਇਸ ਨੂੰ ਤੁਸੀਂ ਦੇਖ ਸਕਦੇ ਹੋ, ਉਹ ਲੜਕਾ ਜਿਸ ਨੇ ਮਿਹਨਤ ਨਹੀਂ ਕੀਤੀ ਫੇਲ ਹੋ ਗਿਆ। ਇਸੇ ਤਰ੍ਹਾਂ ਹੀ ਜਦ ਮਿਸ਼ਰਤ ਵਾਕ ਵਿੱਚ ਪ੍ਰਧਾਨ ਉਪਵਾਕ, ਮਿਸ਼ਰਤ ਵਾਕ ਹੁੰਦਾ ਕੀ ਹੈ ਬੇਟੇ, ਉਹਦੇ 'ਚ ਉਪਵਾਕ ਹੁੰਦੇ ਨੇ। ਉਪਵਾਕ ਦਾ ਭਾਵ ਕੀ ਕਿ ਆਪਣੇ ਆਪ 'ਚੋਂ ਪੂਰੇ ਨਹੀਂ ਹੁੰਦੇ, ਉਹਨਾਂ ਨੂੰ ਦੂਜੇ ਵਾਕ ਦੇ ਆਸਰੇ ਦੀ ਲੋੜ ਹੁੰਦੀ ਆ। ਸੋ ਲੇਕਿਨ ਇੱਕ ਉਪਵਾਕ ਪ੍ਰਧਾਨ ਹੁੰਦਾ, ਇੱਕ ਦੂਜੇ ਦੇ ਅਧੀਨ ਹੁੰਦਾ, ਅਤੇ ਉੱਥੇ ਵੀ ਅਸੀਂ ਕਹਿੰਦੇ ਆ ਲਾਈਕ ਤੁਸੀਂ ਇਹਦੀ ਐਗਜ਼ਾਮਪਲ ਦੇਖ ਸਕਦੇ ਹੋ, ਜੋ ਕਰੇਗਾ ਸੋ ਭਰੇਗਾ। ਜੋ ਕਰੇਗਾ ਸੈਂਟੈਂਸ ਕਿਸੇ ਵੀ ਗੱਲੋਂ ਜੇ ਲੱਗਦਾ ਕਿ ਹੋਰ ਗੱਲ ਕਹਿਣ ਦੀ ਲੋੜ ਆ, ਠੀਕ ਹੈ ਨਾ। ਮਿਸ਼ਰਤ ਵਾਕ ਦੀ ਪਛਾਣ ਇਹੀ ਆ ਕਿ ਜਦੋਂ ਤੁਸੀਂ ਸੈਂਟੈਂਸ ਪੜ੍ਹ ਰਹੇ ਹੋ ਅਤੇ ਉਹ ਉਪਵਾਕ ਤਾਂ ਲੱਗਦਾ ਲੇਕਿਨ ਪੂਰਾ ਵਾਕ ਨਹੀਂ ਲੱਗਦਾ ਕਿ ਅਜੇ ਹੋਰ ਵੀ ਕੁਝ ਕਹਿਣਾ। ਠੀਕ ਆ, ਜੋ ਕਰੇਗਾ ਸੋ ਭਰੇਗਾ। ਸੋ ਇਸ ਤਰ੍ਹਾਂ ਇੱਕ ਉਪਵਾਕ ਅਤੇ ਇੱਕ ਅਧੀਨ ਵਾਕ ਜਦੋਂ ਇਸ ਤਰ੍ਹਾਂ ਦੇ ਨਾਲ ਜਿਹੜੇ ਲਿਖੇ ਜਾਂਦੇ ਨੇ ਤਾਂ ਉੱਥੇ ਅਸੀਂ ਜੋ ਕਰੇਗਾ, ਜਿੱਥੋਂ ਸਾਨੂੰ ਲੱਗਦਾ ਕਿ ਉਪਵਾਕ ਪੂਰਾ ਹੋ ਗਿਆ ਫਿਰ ਅਸੀਂ ਕੌਮਾ ਲਾਉਂਦੇ ਹਾਂ। ਇਸੇ ਤਰ੍ਹਾਂ ਹੀ ਆਮ ਤੌਰ 'ਤੇ ਜਾਂ ਅਤੇ ਆਦਿ ਯੋਜਕਾਂ ਨਾਲ ਜੁੜੇ ਹੋਏ ਉਪਵਾਕਾਂ ਵਿੱਚ ਕੌਮਾ ਨਹੀਂ ਲਗਾਇਆ ਜਾਂਦਾ। ਹਾਂ, ਇਹ ਗੱਲ ਧਿਆਨ ਰੱਖਣ ਵਾਲੀ ਹੈ, ਜਿੱਥੇ ਅਸੀਂ ਦੋ ਗੱਲਾਂ ਨੂੰ ਜਿਵੇਂ ਰਾਮ ਅਤੇ ਸ਼ਾਮ, ਫਿਰ ਅਸੀਂ ਰਾਮ ਅਤੇ ਸ਼ਾਮ ਦੇ ਵਿਚਾਲੇ ਕੌਮਾ ਨਹੀਂ ਲਾਵਾਂਗੇ। ਲੇਕਿਨ ਜੇ ਅਸੀਂ ਰਾਮ ਕੌਮਾ ਸ਼ਾਮ ਕੋਈ ਹੋਰ ਵੀ ਗੱਲ ਅੱਗੇ ਲਿਖ ਰਹੇ ਹਾਂ ਫਿਰ ਅਸੀਂ ਕੌਮੇ ਲਗਾਵਾਂਗੇ। ਜਿੱਥੇ ਅਸੀਂ ਤੇ ਅਤੇ ਪਰ ਲਾ ਦਿੰਦੇ ਹਾਂ ਉਹਨਾਂ ਦੇ ਸੈਂਟਰ 'ਚ ਫਿਰ ਉਹਦੇ 'ਤੇ ਕੌਮੇ ਦੀ ਲੋੜ ਨਹੀਂ। ਇਸੇ ਤਰ੍ਹਾਂ ਜਦ ਕਿਸੇ ਵਾਕ ਦੇ ਉਪਵਾਕ ਤਾਈਓਂ, ਪਰ, ਇਸ ਲਈ, ਸਗੋਂ, ਫਿਰ ਵੀ ਆਦਿ ਯੋਜਕਾਂ ਨਾਲ ਜੁੜੇ ਹੋਣ, ਜਿਵੇਂ ਆਪਾਂ ਦੇਖ ਸਕਦੇ ਹਾਂ, ਮੋਹਨ ਮਿਹਨਤ ਕਰਦਾ ਇਸ ਲਈ ਫੇਲ ਹੋ ਕੇ ਰਹੇਗਾ, ਮੋਹਨ ਮਿਹਨਤ ਨਹੀਂ ਕਰਦਾ ਇਸ ਲਈ ਫੇਲ ਹੋ ਕੇ ਰਹੇਗਾ। ਸੋ ਮੋਹਨ ਮਿਹਨਤ ਨਹੀਂ ਕਰਦਾ, ਗੱਲ ਪੂਰੀ ਆ, ਲੇਕਿਨ ਲਿਖਤ ਵਿੱਚ ਅਸੀਂ ਦੇਖ ਰਹੇ ਹਾਂ ਕਿ ਉਹ ਜਿਹੜਾ ਹੈਗਾ ਆਪਣਾ ਗੱਲ ਅਜੇ ਵੀ ਅੱਗੋਂ ਕੰਟੀਨਿਊ ਕੀਤੀ ਹੋਈ ਆ, ਤਾਂ ਇੱਥੇ ਸਾਨੂੰ ਲੱਗਦਾ ਕਿ ਥੋੜ੍ਹਾ ਅਸੀਂ ਰੁਕੇ ਹਾਂ ਤਾਂ ਕਰਕੇ ਇੱਥੇ ਅਸੀਂ ਕੌਮਾ ਲਗਾਤਾ। ਇਸੇ ਤਰ੍ਹਾਂ ਅਗਲਾ ਹੈਗਾ ਪੁੱਠੇ ਕਾਮੇ ਸ਼ੁਰੂ ਕਰਨ ਤੋਂ ਪਹਿਲਾਂ। ਜਦੋਂ ਅਸੀਂ ਜਿਹੜੇ ਪੁੱਠੇ ਕਾਮੇ ਸ਼ੁਰੂ ਕਰਨੇ ਹੁੰਦੇ, ਤੁਸੀਂ ਨਰੇਸ਼ਨ 'ਚ ਵੀ ਇੰਗਲਿਸ਼ ਦੇ ਵਿੱਚ ਕਰਦੇ ਹੋ, ਜਿਵੇਂ ਹੀ ਸੈਡ ਕੌਮਾ ਹੈ ਨਾ, ਆਈ ਐਮ ਅ ਟੀਚਰ, ਹੀ ਸੈਡ ਕੌਮਾ ਲਗਾ ਕੇ ਆਈ ਐਮ ਅ ਟੀਚਰ ਨੂੰ ਕੌਮਿਆਂ 'ਚ ਲਿਖਦੇ ਹੋ ਹੈ ਨਾ। ਇਸੇ ਤਰ੍ਹਾਂ ਉਸਨੇ ਕਿਹਾ ਫਿਰ ਕੌਮਾ, ਮੈਂ ਤੁਹਾਡੀ ਮਦਦ ਨਹੀਂ ਕਰਾਂਗਾ। ਸੋ ਇਸ ਗੱਲ ਨੂੰ ਅਸੀਂ ਪੁੱਠੇ ਕੌਮਿਆਂ 'ਚ ਲਿਖਿਆ। ਲੇਕਿਨ ਆਪਾਂ ਗੱਲ ਕਰ ਰਹੇ ਹਾਂ ਸਿੰਗਲ ਕੌਮੇ ਦੀ ਕਿ ਉਹਦੀ ਵਰਤੋਂ ਕਿਵੇਂ ਕਰਨੀ ਆ, ਤਾਂ ਉਹ ਅਸੀਂ ਉਸਨੇ ਕਿਹਾ ਕੌਮਾ, ਮੈਂ ਤੁਹਾਡੀ ਮਦਦ ਨਹੀਂ ਕਰਾਂਗਾ। ਭਾਵ ਕਿ ਸਿੰਪਲ ਜਿਹੜਾ ਕੌਮਾ ਉਹਦੀ ਵਰਤੋਂ ਹੋਰ ਕਿੱਥੇ ਹੋ ਸਕਦੀ ਆ, ਇਸ ਤਰ੍ਹਾਂ ਦੀ ਸਥਿਤੀ ਵਿੱਚ।
ਕਿ ਜਦੋਂ ਤੁਸੀਂ ਪੁੱਠੇ ਕਾਮੇ ਸ਼ੁਰੂ ਕਰਨੇ ਆ ਕਿਸੇ ਗੱਲ ਨੂੰ ਕਹਿਣ ਦੇ ਲਈ ਐਜ਼ ਇਟ ਸੈਂਟੈਂਸ ਲਿਖਣਾ, ਤਾਂ ਉਹਦੇ ਤੋਂ ਇੱਕਦਮ ਪਹਿਲਾਂ ਜਿਹੜਾ ਹੈਗਾ ਕੌਮਾ ਲਗਾਓਗੇ। ਅੱਗੇ ਹੈਗਾ ਬਿੰਦੀ ਵਾਲਾ ਕਾਮਾ ਜਾਂ ਅਰਧ ਵਿਸ਼ਰਾਮ ਚਿੰਨ੍ਹ। ਉਹ 'ਚ ਕੀ ਹੁੰਦਾ, ਇੱਕ ਬਿੰਦੀ ਤੇ ਉਹਦੇ ਨੀਚੇ ਕੌਮਾ, ਠੀਕ ਹੈ। ਤੇ ਇਹ ਕਦੋਂ ਲਾਇਆ ਜਾਂਦਾ, ਜਦ ਕਿਸੇ ਵਾਕ 'ਚ ਠਹਿਰਾਓ ਪੂਰਨ ਵਿਸ਼ਰਾਮ ਨਾਲੋਂ ਘੱਟ ਹੋਵੇ, ਯਾਨੀ ਕਿ ਇਹ ਲੱਗੇ ਸਾਨੂੰ ਕਿ ਅਸੀਂ ਰੁਕ ਤਾਂ ਰਹੇ ਹਾਂ ਇੱਥੇ ਬੋਲਦੇ ਬੋਲਦੇ ਜਾਂ ਪੜ੍ਹਦੇ ਸੈਂਟੈਂਸ ਨੂੰ, ਪਰ ਪੂਰੀ ਤਰ੍ਹਾਂ ਨਹੀਂ ਰੁਕ ਰਹੇ, ਅਤੇ ਕੰਮ ਨਾਲੋਂ ਘੱਟ ਅਤੇ ਕਾਮੇ ਦੇ ਠਹਿਰਾਓ ਨਾਲੋਂ ਥੋੜ੍ਹਾ ਜਿਹਾ ਵੱਧ ਹੋਵੇ। ਹੁਣ ਧਿਆਨ ਨਾਲ, ਵੈਰੀ ਵੈਰੀ ਇੰਪੋਰਟੈਂਟ, ਜਿਹੜਾ ਬਿੰਦੀ ਅਤੇ ਕੌਮੇ ਦੀ ਵਰਤੋਂ ਕੀਤੀ ਜਾਂਦੀ ਹੈ ਵੀ ਜਦੋਂ ਸਾਨੂੰ ਇਹ ਮਹਿਸੂਸ ਹੁੰਦਾ ਕਿ ਜਿਹੜਾ ਅਸੀਂ ਰੁਕ ਰਹੇ ਹਾਂ ਬੋਲਦੇ ਹੋਏ, ਉਹ ਪੂਰਨ ਡੰਡੀ ਜਿੰਨਾ ਤਾਂ ਨਹੀਂ ਰੁਕ ਰਹੇ, ਜਾਣੀ ਕਿ ਪੂਰੀ ਤਾਂ ਗੱਲ ਹੋਈ ਨਹੀਂ, ਠੀਕ ਹੈ। ਜਿਹੜੀ ਡੰਡੀ ਨਾਲੋਂ ਹੈਗੀ ਆ ਵਿਸ਼ਰਾਮ ਨਾਲੋਂ ਤਾਂ ਘੱਟ ਆ ਹੈ ਨਾ, ਪੂਰੀ ਡੰਡੀ ਨਾਲੋਂ, ਲੇਕਿਨ ਕਾਮੇ ਨਾਲੋਂ ਥੋੜ੍ਹੀ ਜਿਹੀ ਵੱਧ ਆ, ਤਾਂ ਉੱਥੇ ਅਸੀਂ ਇਸ ਤਰ੍ਹਾਂ ਜਿਹੜਾ ਹੈਗਾ ਇੱਕ ਬਿੰਦੀ ਥੱਲੇ ਕੌਮਾ ਇਹਦੀ ਵਰਤੋਂ ਕਰਦੇ ਹਾਂ। ਇਹਦੀਆਂ ਆਪਾਂ ਐਗਜ਼ਾਮਪਲਸ ਦੇਖਦੇ ਹਾਂ। ਹੁਣ ਜਦ ਕਿਸੇ ਵੱਡੇ ਵਾਕ ਵਿੱਚ, ਵਾਕ ਵੱਡਾ, ਜਿਹੜੇ ਉਪਵਾਕ ਹੋਣ, ਜਿਹੜੇ ਹੋਣ ਵੀ ਪੂਰੇ ਪਰ ਇੱਕ ਦੂਜੇ ਨਾਲ ਸੰਬੰਧ ਵੀ ਰੱਖਣ, ਤਾਂ ਉੱਥੇ ਅਸੀਂ ਇਸ ਤਰ੍ਹਾਂ ਦੀ ਵਰਤੋਂ ਕਰਦੇ ਹਾਂ। ਹੁਣ ਧਿਆਨ ਨਾਲ ਦੇਖਿਓ ਕਿ ਇੱਕ ਵਾਕ ਆ ਬਹੁਤ ਲੰਬਾ, ਉਹਦੇ 'ਚ ਛੋਟੇ ਛੋਟੇ ਉਪਵਾਕ ਆ, ਸਾਨੂੰ ਲੱਗਦਾ ਗੱਲ ਅਜੇ ਪੂਰੀ ਵੀ ਨਹੀਂ ਹੋਈ, ਲੇਕਿਨ ਫਿਰ ਵੀ ਕਾਫੀ ਹੱਦ ਤੱਕ ਪੂਰੀ ਆ, ਤਾਂ ਅਸੀਂ ਉੱਥੇ ਕੌਮੇ ਜਿਹੜਾ ਹੈਗਾ ਇਸ ਤਰ੍ਹਾਂ ਦੇ ਨਾਲ ਕੌਮਾ ਲਗਾਵਾਂਗੇ। ਦੇਖੋ ਸੈਮੀਕੋਲਨ ਬੋਲਦੇ ਆ ਇਸ ਨੂੰ। ਪਰਮਾਤਮਾ ਬੇਅੰਤ ਹੈ, ਗੱਲ ਪੂਰੀ ਹੋ ਗਈ, ਪਰ ਇਹ ਕਿਸੇ ਵੱਡੇ ਸੈਂਟੈਂਸ ਦਾ ਹਿੱਸਾ ਹੈ। ਪਰਮਾਤਮਾ ਬੇਅੰਤ ਹੈ, ਆਪਣੇ ਆਪ 'ਚ ਲੱਗਦਾ ਸਾਨੂੰ ਸੈਂਟੈਂਸ ਪੂਰਾ ਅਸੀਂ ਡੰਡੀ ਲਾ ਸਕਦੇ ਹਾਂ, ਪਰ ਜਦੋਂ ਅਸੀਂ ਅੱਗੇ ਪੜ੍ਹ ਕੇ ਦੇਖਦੇ ਹਾਂ ਤਾਂ ਸਾਨੂੰ ਲੱਗਦਾ ਕਿ ਜਿਹੜਾ ਇਹ ਸਾਰੀ ਗੱਲ ਇਕੱਠੀ ਹੋਈ ਕਹੀ ਗਈ ਆ, ਉਸ ਦੇ ਘਰ ਦੇਰ ਹੈ ਅੰਧੇਰ ਨਹੀਂ। ਅਤੇ ਜਦੋਂ ਅੱਗੇ ਪੜ੍ਹ ਕੇ ਦੇਖਦੇ ਹਾਂ ਉਹ ਸਭਨਾਂ ਦਾ ਰਾਖਾ ਹੈ, ਮਤਲਬ ਇਹ ਜਿਹੜੀ ਸਾਰੀ ਗੱਲ ਆ, ਸਾਰਾ ਸੈਂਟੈਂਸ ਆ ਇਕੱਠਾ ਕਿਹਾ ਗਿਆ, ਪਰ ਇਹਦੇ ਵਿੱਚ ਜਿੱਥੇ ਮਤਲਬ ਸਾਨੂੰ ਲੱਗਦਾ ਸੀ ਪੂਰਾ ਸੈਂਟੈਂਸ ਹੋ ਗਿਆ, ਆਪਣੇ ਆਪ 'ਚ ਜੇ ਇਕੱਲਾ ਹੁੰਦਾ ਤਾਂ ਉਹ ਪੂਰਾ ਸੀ, ਜੇ ਇੰਨਾ ਇਕੱਲਾ ਹੁੰਦਾ ਤਾਂ ਪੂਰਾ ਸੀ, ਪਰ ਜਦੋਂ ਅਸੀਂ ਸਾਰੀ ਚੀਜ਼ ਨੂੰ ਪੜ੍ਹਦੇ ਹਾਂ ਤਾਂ ਸਾਨੂੰ ਲੱਗਦਾ ਕਿ ਛੋਟੇ ਛੋਟੇ ਉਪਵਾਕ ਨੇ, ਇੱਕ ਵੱਡੇ ਵਾਕ ਦਾ ਹਿੱਸਾ ਨੇ। ਅਤੇ ਜਦੋਂ ਸਾਨੂੰ ਲੱਗਦਾ ਕਿ ਕੌਮੇ ਤੋਂ ਵੱਧ ਆ ਕੁਛ, ਹੈ ਨਾ, ਠਹਿਰਾਓ ਜਿਹੜਾ ਕੌਮੇ ਨਾਲੋਂ ਜ਼ਿਆਦਾ, ਪਰ ਪੂਰਾ ਵੀ ਨਹੀਂ ਹੋਇਆ ਵਾਕ, ਤਾਂ ਉੱਥੇ ਅਸੀਂ ਸੈਮੀਕੋਲਨ ਦੀ ਵਰਤੋਂ ਕਰਾਂਗੇ। ਇਹ ਤੁਹਾਨੂੰ ਸਮੁੱਚ ਦੇ ਵਿੱਚ ਸੈਂਟੈਂਸ ਪੜ੍ਹ ਕੇ ਪਤਾ ਲੱਗ ਜਾਏਗਾ ਕਿ ਇਹ ਗੱਲ ਪੂਰੀ ਤਾਂ ਇੱਥੇ ਜਾ ਕੇ ਹੋਣੀ ਆ, ਇੱਥੋਂ ਤੱਕ ਉਹ ਉਪਵਾਕ ਨੇ। ਸੋ ਅੱਗੇ ਜਦ ਕਿਸੇ ਗੱਲ ਨੂੰ ਸਮਝਾਉਣ ਲਈ ਉਦਾਹਰਣ ਦੇਣੀ ਹੋਵੇ ਤਾਂ ਸ਼ਬਦ ਜਿਵੇਂ ਜਾਂ, ਜਿਹਾ ਕਿ ਆਦਿ ਤੋਂ ਪਹਿਲਾਂ ਇਹ ਚਿੰਨ੍ਹ ਲਗਾਇਆ ਜਾਂਦਾ ਹੈ, ਜਿਹਦੇ 'ਚ ਆਪਾਂ ਕਹਿੰਦੇ ਹਾਂ ਉਹ ਸ਼ਬਦ ਜਿਹੜੇ ਨਾਮ ਦੀ ਥਾਂ 'ਤੇ ਵਰਤੇ ਜਾਣ, ਕੌਮਾ, ਉਹਨਾਂ ਨੂੰ ਪੜਨਾਮ ਕਹਿੰਦੇ ਹਨ। ਫਿਰ ਆਹ ਕਿਉਂ, ਕਿਉਂਕਿ ਅਜੇ ਆਪਾਂ ਐਗਜ਼ਾਮਪਲ ਦੇਣੀ ਹੈ, ਜੇ ਤਾਂ ਆਪਾਂ ਗੱਲ ਇੱਥੇ ਹੀ ਖ਼ਤਮ ਕਰ ਦੇਣੀ ਹੁੰਦੀ ਫਿਰ ਡੰਡੀ ਲੱਗ ਜਾਣੀ ਸੀ, ਲੇਕਿਨ ਅਜੇ ਸਾਡੀ ਗੱਲ ਅਧੂਰੀ ਆ ਕਿਉਂਕਿ ਅੱਗੇ ਅਸੀਂ ਐਗਜ਼ਾਮਪਲ ਦੇਣੀ ਆ, ਤਾਂ ਕਰਕੇ ਇੱਥੇ ਅਸੀਂ ਕੌਮਾ ਤਾਂ ਨਹੀਂ ਲਗਾਇਆ ਕਿਉਂਕਿ ਥੋੜ੍ਹਾ ਠਹਿਰਾਵ ਨਹੀਂ ਹੈਗਾ, ਗੱਲ ਪੂਰੀ ਵੀ ਹੋ ਚੁੱਕੀ ਆ, ਲੇਕਿਨ ਕਿਉਂਕਿ ਅਜੇ ਗੱਲ ਅੱਗੇ ਕੰਟੀਨਿਊ ਆ, ਇਸ ਕਰਕੇ ਅਸੀਂ ਸੈਮੀਕੋਲਨ ਲਗਾਤਾ। ਅੱਗੇ ਹੈਗਾ ਬੇਟੇ ਕੋਲਨ ਦੀ ਵਰਤੋਂ, ਠੀਕ ਆ। ਕੋਲਨ ਕੀ ਹੁੰਦਾ, ਦੋ ਬਿੰਦੀਆਂ, ਇਹਦੀ ਵਰਤੋਂ ਆਪਾਂ ਦੇਖਾਂਗੇ ਕਿਸ ਤਰ੍ਹਾਂ ਹੁੰਦੀ ਆ। ਜਦ ਕਿਸੇ ਵਾਕ ਵਿੱਚ ਦੋ ਹਿੱਸੇ ਹੋਣ, ਪਹਿਲਾ ਹਿੱਸਾ ਆਪਣੇ ਆਪ 'ਚ ਅਰਥ ਵਜੋਂ ਪੂਰਾ ਹੋਵੇ, ਜਿਹੜਾ ਦੂਜਾ ਹਿੱਸਾ ਹੈ ਉਹ ਪਹਿਲੇ ਹਿੱਸੇ ਦੀ ਵਿਆਖਿਆ ਕਰੇ, ਤਾਂ ਇਹਨਾਂ ਨੂੰ ਨਿਖੇੜਨ ਲਈ ਪਹਿਲੇ ਹਿੱਸੇ ਦੇ ਅੰਤ ਵਿੱਚ ਦੋ ਬਿੰਦੀ ਲਗਾਈ ਜਾਂਦੀ ਹੈ। ਐਗਜ਼ਾਮਪਲ ਦੇਖਦੇ ਹਾਂ ਆਪਾਂ। ਕਲਯੁੱਗ ਵਿੱਚ ਗੁਰੂ ਨਾਨਕ ਦੇਵ ਜੀ ਪ੍ਰਗਟ ਹੋਏ, ਵਾਕ ਪੂਰਾ ਆਪਣੇ ਆਪ 'ਚ, ਠੀਕ ਹੈ ਨਾ, ਲੇਕਿਨ ਜਿਹੜਾ ਦੂਸਰਾ ਹਿੱਸਾ ਉਹ ਪਹਿਲੇ ਹਿੱਸੇ ਦਾ ਅਰਥ ਕਰ ਰਿਹਾ, ਧੁੰਦ ਮਿਟ ਗਈ ਅਤੇ ਜੱਗ ਵਿੱਚ ਚਾਨਣ ਦਾ ਪਸਾਰਾ ਹੋ ਗਿਆ। ਉੱਦਾਂ ਸੈਂਟੈਂਸ ਪੂਰਾ ਪਹਿਲਾ ਕਲਯੁੱਗ ਵਿੱਚ ਗੁਰੂ ਨਾਨਕ ਦੇਵ ਜੀ ਪ੍ਰਗਟ ਹੋਏ, ਜੇ ਇੰਨਾ ਹੀ ਸੈਂਟੈਂਸ ਹੁੰਦਾ ਤਾਂ ਡੰਡੀ ਲੱਗ ਜਾਣੀ ਸੀ, ਲੇਕਿਨ ਜਦੋਂ ਅਸੀਂ ਅੱਗੇ ਪੜ੍ਹ ਕੇ ਦੇਖਿਆ ਧੁੰਦ ਮਿਟ ਗਈ ਅਤੇ ਜੱਗ ਵਿੱਚ ਚਾਨਣ ਹੋ ਗਿਆ, ਤਾਂ ਇਟ ਮੀਨਸ ਪਹਿਲਾ ਜਿਹੜਾ ਸੈਂਟੈਂਸ ਪੂਰਾ ਸੀ ਉਹਦਾ ਜਿਹੜਾ ਅਰਥ ਆ ਉਹ ਅਗਲੇ ਹਿੱਸੇ ਨੇ ਦਿੱਤਾ, ਤਾਂ ਉਹਦੇ ਵਿਚਾਲੇ ਅਸੀਂ ਡੰਡੀ ਨਹੀਂ ਲਗਾਉਣੀ, ਦੋ ਬਿੰਦੀਆਂ ਲਗਾਉਣੀਆਂ, ਠੀਕ ਹੈ। ਅੱਗੇ ਹੈ ਜਦ ਕਿਸੇ ਦੇ ਕਹੇ ਹੋਏ ਸ਼ਬਦ ਇਨ ਬਿਨ ਲਿਖਣੇ ਹੋਣ, ਤਾਂ ਉਹਨਾਂ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਦੁਬਿੰਦੀ ਲਾਈ ਜਾਂਦੀ ਹੈ, ਜਿਵੇਂ ਵਾਰਿਸ ਸ਼ਾਹ ਨੇ ਫਤਿਹ ਦੀ ਗੱਲ ਆਖੀ ਹੈ, ਦੋ ਬਿੰਦੀਆਂ, ਫਿਰ ਕੀ ਆਖੀ ਆ ਗੱਲ, ਫਿਰ ਉਹਨੂੰ ਅਸੀਂ ਇਸ ਤਰ੍ਹਾਂ ਦੇ ਨਾਲ ਜਿਹੜਾ ਹੈਗਾ ਲਿਖ ਦਿੰਦੇ ਹਾਂ, ਠੀਕ ਹੈ। ਅੱਗੇ ਹੈ ਜਦ ਸ਼ਬਦਾਂ ਨੂੰ ਸੰਖੇਪ ਕਰਕੇ ਲਿਖਣਾ ਹੁੰਦਾ, ਜਿਵੇਂ ਅਸੀਂ ਪ੍ਰਿੰਸੀਪਲ ਸ਼ਬਦ ਲਿਖਣਾ ਲੇਕਿਨ ਉਹਨੂੰ ਸੰਖੇਪ 'ਚ ਲਿਖਣਾ, ਤਾਂ ਅਸੀਂ ਉਹਦੇ ਬਾਅਦ ਪੱਪੇ ਨੂੰ ਸਿਹਾਰੀ ਉੱਤੇ ਪੈਰ, ਪੱਪਾ ਪੈਰ ਫਿਰਾਰਾ ਸਿਹਾਰੀ ਉੱਤੇ ਬਿੰਦੀ ਟਿੱਪੀ ਅਤੇ ਦੋ ਬਿੰਦੀਆਂ ਲਾਤੀਆਂ।
प्रोफैसर लिखण वेले असीं इस तरह लिखांगे, सरदार लिखण वेले असीं इदां लिखांगे, जानी कि शॉर्ट फॉर्म। अगे डैश की वरतों, डैश की हुंदी है, जस्ट इदां एक सिंपल लाइन। ਇਹਦੀ ਵਰਤੋਂ कदों करते हैं, जब किसी वाक विच एकदम याद आ जाण ते कोई असंबंधित गल कही जाए तो उस असंबंधित गल के पहला डैश वरती जाती है। फॉर एग्जाम्पल, अमृता प्रीतम एक चंगी कवित्री है, असी गल कर रहे सी लेकिन कोई सानू नवीं गल याद आ गई, ठीक है, जिहड़ी असी गल उहदी चल रही सी, असी होर कुछ लिखना सीगा, पर की होया कि सानू उहदे नालों असंबंधित, मतलब जिहदी जिस गल दे इहदे नाल संबंध भी नहीं है, वो गल याद आ गई, तो असी वो इदां डैश पा के अगली गल। हाँ सच, इस बार साहित्य अकादमी वालों पंजाबी के किसी भी लेखक नूं इनाम नहीं मिलिया। देखो अमृता प्रीतम पंजाबी की चंगी कवित्री है, हुण गल उहदे बारे होनी चाहिए सी, पर विचों कोई गल सानू होर याद आ गई जिहड़ी असी इहदे विच ही करांगे, तो फिर बाकी गल फिर बाद च शुरू रखांगे, तो उत्थे असी जदों भी असंबंधित गल साडी स्टार्ट होगी उत्थे असी इदां लगा देना। जब किसी वाक विच कोई वाधू गल कहनी होवे तां उसके दोनों पासे डैश पाई जाती है, जिमें मेरे विचार अनुसार, जरा ध्यान देना, मेरे विचार अनुसार लाइक, ठीक है, जरा ध्यान देना, फिर डैश सारियां मुसीबतां साडियां अपनियां पैदा कीतियां होईयां हन। जब किसी बबली थथली जां हटकोरियां भरी गल नूं दसना होवे तां डैश की वरतों की जाती है। मान लो असी एक शब्द सपोज ये लिखिया बोल के तो साडा पता लग जाता कि फलाने ने शब्द अटक के बोलिया जां थथला के बोलिया जां किवें बोलिया, ठहर ठहर के हटकोरे लैके बोलिया, लेकिन लिखण विच थोड़ा पता चलूगा। लिखण विच भी उसनूं दिखाना होवे तां असीं इदां लिखांगे, जिवें कोई मान लो दर्द नाल जिहड़ा मरीज हैगा वो बोल रहा, दर्द उहनूं हो रही है, उह चों बोल उही मैं मर गया बचाओ, है ना, उही मैं गया बचाओ। हुण ओह सीधा नहीं बोलेगा उही मैं गया बचाओ, उहदे जिहड़ा बोलण दे विच थथला के बोलेगा, हटकोरे होणगे, उही मैं गया बचाओ, ठीक है। सो असीं उहनूं उदों इदां जिहड़ियां हैगियां पा के डैश लिखांगे। जानी ये मतलब कहता कि यह पढ़ के सानू पता लग रहा कि वो बोल किस तरीके नाल रहा, उसदा बोलण दा वे किद्दां हैगा। अगे किद्दां हुंदा कि जद नाटक विच पात्रां दी वार्तालाप लिखनी होवे, कुछ पात्र ने उन्हां दे असीं डायलॉग लिखने आ, तां उदों भी जिहड़ा हैगा असीं इस तरह ही वरतदे हां। जिवें हुण मोहन दा पात्र हैगा मोहन, फिर डैश पा के लिखांगे इस विच मेरा की कसूर है, सोहन ते होर किस दा है, जानी कि दो पात्रां विच डायलॉग चल रहे ने, ठीक है। नाटक दे विच पहला पात्र आ मोहन, वो जिहड़ी गल बोलदा डैश पा के उहदे सामने लिखी गई है, फिर अगों सोहन बोलदा, उहदे बाद डैश पा के उहदा डायलॉग लिखिया गया, उदों फिर असीं इस तरह दे नाल डैश की वरतों करते हैं। अगे हैगा दोबिंदी डैश, दोबिंदी डैश, इहदी वरतों कदों हुंदी आ, जद कुछ चीज़ों का वेरवा देना होवे तां उस वेरवे तो पहलां दोबिंदी डैश पाई जाती है। फॉर एग्जाम्पल, पापा जी मैनू हेठ लिखियां चीज़ां चाहिए, पापा जी थोड़ा सी रुकिया थोड़ा कौमा पाता, मैनू हेठ लिखियां चीज़ां चाहिए हैं, फिर आप लिस्ट दसनी आ, यानी कि वेरवा देना किसी चीज़ का। वेरवा मैंने होंदा डिटेल च कोई लंबी चौड़ी गल करनी है, तो उदों असीं इदां कर, पापा जी मैनू हेठ लिखियां चीज़ां चाहिए, फिर उहदी लिस्ट आ, तो उहदे पहलां वो इदां लिखेगा, 2 किताबां 3 पेंसिलां 2 जोड़े जुत्तियां, ये सारी गल लिखती है ना। तो इस तरह ही होर तरह आपां किवें वरतदे आ, जद किसी गल नूं समझाउण लई उदाहरण देनी होवे तां भी आपां इन्ना कहने आ, वो शब्द जिस तो पहलां किसी काम दे होण बारे पता चले उसनूं किरिया कहंदे हन। जिवें उदाहरण देनी है ना हुण आपां इत्थे, तां आपां जिवें तो बाद 2 बिंदियां नाल, जानी कि जदों असीं कोई गल दस के फिर उहदी उदाहरण दे के समझाना होवे तां पहलां वो गल दसांगे, फिर असीं जिवें लिख के 2 बिंदियां ते डैश लावांगे। फिर पुट्ठे कामिਆਂ ਦੀ ਵਰਤੋਂ किवें आ, ठीक है ना। पुट्ठे कामे जिहदी मैं पहलां भी गल कीती कि जदों किसी पुट्ठे कामे वाले वरते जाते हैं, एक अकैरे पुट्ठे हुंदे आ, एक दूरे। जद किसी की गल नूं इन बिन दसना होवे कि फलाने ने इदां कहा, उहदे ही शब्दां विच दसना होवे तां पुट्ठे कामे वरते जाते हैं। पर जे इस विच कोई होर गल इन बिन कहनी होवे तां उसनूं अकैरे कामिਆਂ 'ਚ लिखिया जांदा, जे सेम टू सेम कहना होवे तां दूरे कामिਆਂ 'ਚ। इत्थे ध्यान नाल एग्जाम्पल देखो, गुरदीप ने प्रीतम नूं कहा कौमा तेरे दोस्त ने सुनेहा भेजिया है, ठीक है ना, तेरे दोस्त ने सुनेहा भेजिया है, ये उन्हें उवें दी उवें गल कही। अगों मेरे भरा दे विआह विच जरूर आउणा, ठीक है। सो जिवें दी जिहड़ी गल कही सी उहदे शब्दां 'च ही अगों दसी
ਤਾਂ ਉਹਨੂੰ ਪੂਰੇ ਕੌਮਿਆਂ ਦੇ ਵਿੱਚ ਕਿਹਾ। ਸੋ ਬੇਟੇ ਇਸ ਤਰ੍ਹਾਂ ਦੇ ਨਾਲ ਤੁਸੀਂ ਦੇਖਿਆ ਹੋਵੇਗਾ ਕਿ ਜਿਹੜਾ ਅਸੀਂ ਵਿਸ਼ਰਾਮ ਚਿੰਨ੍ਹਾਂ ਦੀ ਵਰਤੋਂ ਬਾਰੇ ਸਿੱਖਿਆ ਹੈ ਵਿਦ ਐਗਜ਼ਾਮਪਲ। ਜੇ ਕਿਸੇ ਇਹ ਜਿਹੜਾ ਪੇਪਰ ਦੇ ਵਿੱਚ ਵੀ ਪੁੱਛਿਆ ਜਾਏਗਾ ਕਿਸੇ ਨਾ ਕਿਸੇ ਰੂਪ ਦੇ ਵਿੱਚ, ਠੀਕ ਆ, ਤੁਹਾਨੂੰ ਸਾਰੇ ਸਾਈਨਾਂ ਦੇ ਨਾਮ ਵੀ ਪਤਾ ਹੋਣੇ ਚਾਹੀਦੇ ਆ ਅਤੇ ਫਿਰ ਉਹਨਾਂ ਦੇ ਨਾਲ ਜਿਹੜਾ ਉਹ ਕਿਸ ਚਿੰਨ੍ਹ ਦੇ ਨਾਲ ਲਿਖੇ ਜਾਂਦੇ ਨੇ। ਫੋਰ ਐਗਜ਼ਾਮਪਲ ਨਾਮ ਪਤਾ ਹੋਣਾ ਚਾਹੀਦਾ ਕਿ ਲਾਈਕ ਇਹ ਵਿਸ਼ਰਾਮ ਚਿੰਨ੍ਹ ਹੈ, ਠੀਕ ਹੈ। ਵਿਸ਼ਰਾਮ ਚਿੰਨ੍ਹ ਕਿਹੜਾ ਵਿਸ਼ਰਾਮ ਚਿੰਨ੍ਹ? ਡੰਡੀ, ਠੀਕ ਹੈ। ਤਾਂ ਡੰਡੀ ਆ ਜਿਹੜੀ ਬੋਲਣ 'ਚ ਅਸੀਂ ਇਹਨੂੰ ਡੰਡੀ ਕਹਿੰਦੇ ਆ, ਲੇਕਿਨ ਉਹਦੇ ਲਈ ਸਾਈਨ ਕੀ ਪਾਉਣੇ ਆ? ਸਿੰਪਲ ਇੱਦਾਂ ਹੀ ਦੋ ਬਿੰਦੀ ਡੈਸ਼ ਅਸੀਂ ਕਿਹਨੂੰ ਕਹਿੰਦੇ ਆ, ਠੀਕ ਹੈ ਨਾ। ਤਾਂ ਉਹਦੇ ਲਈ ਵੀ ਸਾਨੂੰ ਦੋ ਬਿੰਦੀ ਡੈਸ਼ ਸ਼ਬਦ ਵਿੱਚ ਵੀ ਪਤਾ ਹੋਣਾ ਚਾਹੀਦਾ ਅਤੇ ਉਹਨੂੰ ਪਾਉਣ ਦਾ ਤਰੀਕਾ ਵੀ ਪਤਾ ਹੋਣਾ ਚਾਹੀਦਾ। ਸੋ ਕਿਸੇ ਵੀ ਤਰ੍ਹਾਂ ਦੀ ਡਾਊਟ ਬੱਚੇ ਹੋਵੇ ਉਹ ਤੁਸੀਂ ਦੱਸ ਸਕਦੇ ਹੋ, ਠੀਕ ਹੈ। ਅਤੇ ਇਸ ਬਾਰੇ ਧਿਆਨ ਦੇ ਨਾਲ ਇਸ ਨੂੰ ਦੇਖਣਾ, ਵਾਚ ਕਰਨਾ ਅਤੇ ਉਸ ਤੋਂ ਬਾਅਦ ਜਿਹੜਾ ਆਪਾਂ ਇਹਦੇ ਬਾਰੇ ਕੋਈ ਨਾ ਕੋਈ ਵਰਕਸ਼ੀਟ ਮੈਂ ਤੁਹਾਨੂੰ ਆਉਣ ਵਾਲੇ ਹਫਤੇ ਵਿੱਚ ਦੇਵਾਂਗੀ।